ਅੰਗਦ ਗੁਰੂ ਅਮਰਦਾਸ ਭਗਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਆਓ ਕੁਝ ਸਮਾਂ ਸੁਰਤੀਆਂ ਜੋੜ ਕੇ ਗੁਰੂ ਜੀ ਦਾ ਜਸ ਵਡਿਆਈ ਸੋਭਾ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿਆਹ ਦੀ ਕਥਾ ਸਰਵਣ ਕੀਤੀ। ਕਿਵੇਂ ਬਾਬਾ ਨਰਾਇਣ ਦਾਸ ਜੀ ਦੇ ਵੱਡੇ ਭਾਗ ਬਣੇ, ਮਾਤਾ ਦਮੋਦਰੀ ਜੀ ਦੇ ਵੱਡੇ ਭਾਗ ਬਣੇ, ਉਹ ਸਾਰੀ ਕਥਾ ਤੁਸੀਂ ਕੱਲ੍ਹ ਦੇ ਦਿਨ ਸਰਵਣ ਕੀਤੀ ਜੀ। ਨਾਲੇ ਸੰਗਤਾਂ ਨੇ ਬਹੁਤ ਖੁਸ਼ੀ ਮਨਾਈ ਇਸ ਪ੍ਰਸੰਗ ਦੀ। ਗੁਰੂ ਜੀ ਮਿਹਰਾਂ ਕਰਨ, ਕਿਰਪਾ ਕਰਨ, ਸਦਾ ਹੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਮਹਾਰਾਜ। ਹੁਣ ਸੰਗਤ ਜੀ ਅੱਜ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਵਿਆਹ ਤੋਂ ਬਾਅਦ ਤੁਸੀਂ ਸੁਣਿਆ ਕਿਵੇਂ ਟੱਪ ਲਾਇਆ ਗਿਆ ਜੀ। ਖੂਹ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬੌਲੀ ਸਾਹਿਬ ਦੀ ਨਿਸ਼ਾਨੀ ਜਿਹੜੀ ਹੈ ਉਹ ਵਿਆਹ ਦੀ ਯਾਦ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਦਾਸ ਬੇਨਤੀ ਕਰੇ, ਆਮ ਬੰਦੇ ਦਾ ਵਿਆਹ ਜਿਹੜਾ ਉਹ ਤਾਂ ਵਿਆਹ ਹੀ ਰਹਿ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਨੇ ਵੀ ਬੜਿਆਂ ਦਾ ਭਲਾ ਕੀਤਾ ਜੀ। ਹਾਂਜੀ, ਤੁਸੀਂ ਸੁਣਿਆ ਪ੍ਰਸੰਗ ਕੱਲ੍ਹ ਜਦੋਂ ਬੌਲੀ ਸਾਹਿਬ ਦਾ ਨਿਰਮਾਣ ਹੋ ਗਿਆ ਜੀ, ਅਤੇ ਕਿੰਨਿਆਂ ਦਾ ਭਲਾ ਹੋਇਆ ਜੀ ਉੱਥੇ ਜੀ। ਕਿੰਨੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ, ਨਾਮ ਜਪਦੇ। ਜ਼ਰੂਰ ਸੰਗਤ ਜੀ ਜਾਣਾ ਚਾਹੀਦਾ। ਜਦੋਂ ਕਿਤੇ ਮੌਕਾ ਮਿਲੇ ਸੁਲਤਾਨਪੁਰ ਲੋਧੀ ਜਾਣ ਦਾ, ਥੋੜ੍ਹੀ ਦੂਰ 'ਤੇ ਸੰਗਤ ਜੀ ਡੱਲਾ ਨਗਰ ਹੈ, ਉੱਥੇ ਜਾ ਕੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰੋ, ਬਾਣੀ ਪੜ੍ਹੋ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ। ਮਹਾਰਾਜ ਨੇ ਕਿਹਾ ਸੀ ਜਿਹੜਾ ਇਸ਼ਨਾਨ ਕਰੇਗਾ ਨਾ ਉਹਨੂੰ ਮਨ ਇੱਛੇ ਫਲ ਮਿਲਣਗੇ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਬਾਸੁਰ ਤੀਨ ਰਹੇ ਥਿਰ ਕੀਨ ਗੁਰੂ ਸੋ ਪ੍ਰਬੀਨ ਮਹਾ ਜਸ ਛਾਇਓ। ਵਿਆਹ ਦੇ ਸਮੇਂ ਸੱਚੇ ਪਾਤਸ਼ਾਹ ਜਦੋਂ ਡੱਲੇ ਪਿੰਡ ਪਹੁੰਚੇ ਹੈ, 3 ਦਿਨ ਮਹਾਰਾਜ ਡੱਲੇ ਪਿੰਡ ਵਿੱਚ ਰਹੇ ਜੀ। 3 ਦਿਨ ਜੀ ਤੁਸੀਂ ਸਰਵਣ ਕੀਤਾ ਕਿਵੇਂ ਮਹਾਰਾਜ ਖੁਸ਼ੀਆਂ ਵਰਤਾਈਆਂ, ਮੰਗਣ ਵਾਲਿਆਂ ਨੂੰ ਧਨ ਦਿੱਤਾ, ਕਿਸੇ ਗੱਲ ਦੀ ਕਮੀ ਨਹੀਂ ਜੀ। 3 ਦਿਨ ਮਹਾਰਾਜ ਡੱਲੇ ਪਿੰਡ ਵਿੱਚ ਰਹੇ ਹੈ।
ਬੜਾ ਹੀ ਜਸ ਹੋਇਆ ਹੈ, ਬੜੀਆਂ ਹੀ ਸਿਫਤਾਂ ਹੋਈਆਂ ਹਨ। ਫੇਰ ਨਾਰਾਇਣ ਦਾਸ ਕਹਿਓ, ਸਬਦਾਇਜ ਕੋ ਨਿਕਸਾਏ ਤਰਾਇਓ। ਜਗਤ ਦੀ ਮਰਿਆਦਾ ਬਣੀ ਹੋਈ ਹੈ ਇੱਕ ਦਾਤ ਦੇਣ ਦੀ ਜੀ। ਧੀ ਨੂੰ ਕੁਛ ਦੇ ਕੇ ਤੋਰਨਾ ਹੈ। ਗੁਰੂ ਘਰ ਵਿੱਚ ਤਾਂ ਇਹ ਗੱਲ ਨਹੀਂ ਹੈਗੀ, ਪਰ ਬਹੁਤ ਸਾਰੇ ਲੋਕ ਕਰਦੇ ਆ ਜੀ। ਮਹਾਰਾਜ ਦੇ ਘਰ ਦਾ ਸਿਧਾਂਤ ਹੈ, ਜਿਨ ਤਨੁਜਾ ਅਰਪਨ ਕੀਨੰਗ ਤਿਨ ਪਾਛੇ ਕਿਆ ਰਖ ਲੀਨੰਗ। ਜਿਨੇ ਧੀ ਦੇ ਦਿੱਤੀ ਜੀ, ਦੱਸੋ ਨੇ ਪਿੱਛੇ ਕੀ ਰਿਹਾ ਜੀ। ਹਾਂਜੀ, ਬਾਪ ਦੀ ਵੱਡੀ ਜਿਹੜੀ ਇੱਜ਼ਤ ਹੁੰਦੀ ਹੈ ਨਾ ਸੰਗਤ ਦੀ, ਉਹ ਧੀ ਹੁੰਦੀ ਹੈ ਜੀ। ਫਿਰ ਵੀ ਬਾਬਾ ਨਰਾਇਣ ਦਾਸ ਜੀ ਦੇ ਮਨ ਦਾ ਚਾਅ ਹੈ ਵੀ ਗੁਰੂ ਸਾਹਿਬ ਆਏ ਹੈ, ਤੇ ਜਦੋਂ ਮਹਾਰਾਜ ਹੁਣ ਤੁਰਨ ਲੱਗੇ ਆ ਤੇ ਮੈਂ ਕੁਝ ਭੇਟਾ ਕਰਾਂ ਸੱਚੇ ਪਾਤਸ਼ਾਹ ਜੀ ਨੂੰ। ਹਾਂਜੀ, ਬੋਲ ਪਠੇ ਤਬ ਹੇਤ ਬਿਦਾ, ਸੁਨ ਬਾਦਿਤ ਬ੍ਰਿੰਦ ਬਿਸਾਲ ਬਜਾਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਵਸਤੂਆਂ ਰੱਖੀਆਂ, ਪਦਾਰਥ ਰੱਖੇ। ਮਹਾਰਾਜ ਨੇ ਮਨਾ ਕੀਤਾ ਵੀ ਕਿਸੇ ਚੀਜ਼ ਦੀ ਵੀ ਲੋੜ ਨਹੀਂ ਹੈਗੀ, ਪਰ ਬਾਬਾ ਨਰਾਇਣ ਦਾਸ ਜੀ ਕਹਿੰਦੇ ਨਹੀਂ, ਮੈਂ ਗਰੀਬ ਆਦਮੀ ਹੈਗਾ ਹਾਂ, ਪ੍ਰਵਾਨ ਕਰ ਲਓ। ਸੱਚੇ ਪਾਤਸ਼ਾਹ ਜੀ ਨੇ ਬਰਾਤ ਜਿਹੜੀ ਉਹ ਤੁਰਨ ਦਾ ਹੁਕਮ ਕੀਤਾ। ਬਹੁਤ ਬਾਜੇ ਵੱਜੇ, ਮੰਦ ਹੀ ਮੰਦ ਗਏ ਗੁਰ ਮੰਦਰ, ਸੁੰਦਰ ਸਾਜ ਸਮਾਜ ਸੁਹਾਇਓ। ਭਾਈ ਨਰਾਇਣ ਦਾਸ ਜੀ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਚਲੇ ਗਏ ਆ। ਬਾਬਾ ਜੀ ਨਰਾਇਣ ਦਾਸ ਜੀ ਕਹਿੰਦੇ ਮਹਾਰਾਜ ਘਰ ਆਓ, ਕੁਝ ਸਮਾਨ ਦੇਣਾ, ਭੇਟਾ ਕਰਨਾ ਹੈ। ਮਹਾਰਾਜ ਸਹਿਜੇ ਸਹਿਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਜੰਝ ਘਰ ਤੋਂ ਬਾਬਾ ਨਰਾਇਣ ਦਾਸ ਜੀ ਦੇ ਘਰ ਵਿੱਚ ਗਏ ਜੀ। ਹਾਂਜੀ, ਤੇਵਰ ਜੇਵਰ ਜੇਵਰ ਹੈ ਜਿਮ, ਜੋਤ ਜਵਾਹਰ ਕੀ ਚਮਕਾਵੈ। ਤੇਵਰ ਕਹਿੰਦੇ ਪੁਸ਼ਾਕਿਆਂ ਨੂੰ ਜੀ, ਜਿਨ੍ਹਾਂ ਨੂੰ ਤਿੱਲੇ ਦੀ ਕਢਾਈ ਹੁੰਦੀ ਨਾ ਜੀ, ਉਹਨਾਂ ਪੁਸ਼ਾਕਿਆਂ ਨੂੰ ਤੇਵਰ ਕਹਿੰਦੇ ਜੀ। ਐਸੇ ਪੁਸ਼ਾਕੇ ਜਿਹੜੇ ਉਹ ਆਪਣੀ ਧੀ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਵਾਸਤੇ ਜੇਵਰ ਜਿਹੜੇ ਆ ਉਹ ਬਾਬਾ ਜੀ ਨੇ ਬਣਵਾ ਕੇ ਰੱਖੇ ਸਨ ਜੀ। ਹਾਂਜੀ, ਊਖਨ ਸੰਗ ਤੁਰੰਗਮ ਭੂਖਤ, ਚੰਚਲ ਅੰਗਨ ਤੇ ਚਪ ਲਾਵੈ। ਕਹਿਣ ਲੱਗੇ ਭੂਖਨ ਸੰਗ ਤੁਰੰਗਮ ਭੂਖਤ, ਚੰਚਲ ਅੰਗਨ ਤੇ ਚਪ ਲਾਵੈ। ਇੱਕ ਸੱਜੀ ਹੋਈ ਘੋੜੀ ਵੀ ਭੇਟਾ ਕੀਤੀ ਹੈ ਜੀ ਗੁਰੂ ਜੀ ਨੂੰ ਜੀ। ਹਾਂਜੀ, ਬਾਸਨ ਬ੍ਰਿੰਦ ਬਿਸਾਲ ਤਰੇ ਜੁਤ, ਦਾਸਨ ਕੇ ਕਹਿ ਪਾਠ ਸੁਨਾਵੈ। ਤੇ ਕੁਝ ਭਾਂਡੇ ਵੀ ਨਾਲ ਦਿੱਤੇ ਆ ਜੀ। ਜਿੰਨਾ ਮਰਜ਼ੀ ਆਖ ਲੋ, ਬਾਪ ਜਿਹੜਾ ਹੈ ਨਾ ਉਹ ਕਰ ਹੀ ਲੈਂਦਾ ਧੀਆ ਵਾਸਤੇ ਜੀ। ਹਾਂਜੀ, ਦੁਐ ਕਰ ਜੋਰ ਨਰਾਇਣ ਦਾਸ, ਭਨੇ ਬਿਨਤੀ ਗਿਨਤੀ ਨਾ ਸੁਹਾਵੈ। ਤੇ ਸੰਗਤ ਜੀ ਨਰਾਇਣ ਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਅੱਗੇ ਹੱਥ ਜੋੜੇ। ਹੱਥ ਜੋੜ ਕੇ ਆਖਿਆ, ਮਹਾਰਾਜ ਮੈਂ ਦਾਜ ਨਹੀਂ ਦੇ ਸਕਦਾ। ਹਾਂਜੀ, ਗੁਰੂ ਸਾਹਿਬ ਨੇ ਕਿਹੜਾ ਮੰਗਿਆ, ਪਰ ਉਹ ਆਪਣੇ ਵੱਲੋਂ ਕਹਿ ਰਹੇ। ਕਿਉਂ? ਮਹਾਰਾਜ ਤੁਸੀਂ ਬੜੇ ਵੱਡੇ ਚ ਸੱਚੇ ਪਾਤਸ਼ਾਹ, ਤੁਸੀਂ ਪਾਤਸ਼ਾਹ ਹੋ ਪਾਤਸ਼ਾਹ। ਮਹਾਰਾਜ ਮੈਂ ਤੁਹਾਡੇ ਅੱਗੇ ਗਰੀਬ ਜਿਹਾ ਸਿੱਖ ਹੈਗਾ। ਹਾਂਜੀ, ਔਰ ਕਛੂ ਨਾ ਬਨਿਓ ਮੁਝ ਤੇ, ਇੱਕ ਦਾਸੀ ਦਈ ਹਿਤ ਸੇਵ ਤੁਮਹਾਰੀ। ਸੱਚੇ ਪਾਤਸ਼ਾਹ ਮੇਰੇ ਕੋਲੋਂ ਕੁਝ ਸਰਿਆ ਹੀ ਨਹੀਂ ਵੀ ਮੈਂ ਤੁਹਾਨੂੰ ਕੁਝ ਦਿਆਂ ਮਹਾਰਾਜ। ਕੇਵਲ ਇੱਕ ਧੀ ਹੈਗੀ ਸੱਚੇ ਪਾਤਸ਼ਾਹ ਮੇਰੇ ਕੋਲ, ਜਿਹੜੀ ਤੁਹਾਡੀ ਦਾਸੀ ਬਣਾ ਕੇ ਭੇਜ ਰਿਹਾ ਮਹਾਰਾਜ। ਹਾਂਜੀ, ਆਪ ਕੋ ਨਾਮ ਅਨਾਥ ਕੋ ਨਾਥ ਹੈ, ਰਾਖ ਲਈ ਪਤ ਆਨ ਹਮਾਰੀ। ਸੱਚੇ ਪਾਤਸ਼ਾਹ ਇਸ ਗੱਲ ਦੀ ਬੇਨਤੀ ਤੁਸੀਂ ਪ੍ਰਵਾਨ ਕਰਕੇ ਮੇਰੀ ਲਾਜ ਰੱਖ ਲਈ ਹੈ। ਮਹਾਰਾਜ ਤੁਹਾਡਾ ਨਾਮ ਅਨਾਥਾਂ ਦੇ ਨਾਥ ਹੈ, ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਉਹਨਾਂ ਦੇ ਤੁਸੀਂ ਮਾਲਕ ਹੋ ਸੱਚੇ ਪਾਤਸ਼ਾਹ। ਮਹਾਰਾਜ ਗਰੀਬ ਨਵਾਜ ਤੁਸੀਂ ਇੱਥੇ ਚਰਨ ਪਾਏ, ਸਿੱਖਾਂ ਦੇ ਸਮੇਤ ਆਏ, ਬਰਾਤ ਲੈ ਕੇ, ਮੈਂ ਸੇਵਾ ਨਹੀਂ ਕਰ ਸਕਿਆ ਮਹਾਰਾਜ। ਮਹਾਰਾਜ ਤੁਸੀਂ ਮੇਰੀ ਇੱਜ਼ਤ ਪੱਤ ਰੱਖੀ ਹੈ। ਹਾਂਜੀ, ਦੋਨੋਂ ਲੋਕ ਸਹਾਏ ਕਰੋ, ਸੋ ਕਰੋਰਨ ਕੀ ਕਰਤੇ ਰਖਵਾਰੀ। ਸੱਚੇ ਪਾਤਸ਼ਾਹ ਮੇਰੀ ਦੋਵਾਂ ਲੋਕਾਂ ਵਿੱਚ ਰਾਖੀ ਕਰਿਓ ਮਹਾਰਾਜ। ਵੈਸੇ ਵੀ ਮਹਾਰਾਜ ਤੁਸੀਂ ਕਰੋੜਾਂ ਲੋਕਾਂ ਦੀ ਰਾਖੀ ਕਰਦੇ ਹੋ, ਬਖਸ਼ਿਸ਼ਾਂ ਕਰਦੇ ਹੋ, ਮਿਹਰਾਂ ਕਰਦੇ ਹੋ। ਸੰਗਤ ਜੀ ਇਹ ਬੇਨਤੀਆਂ ਕਰਨ ਦਾ ਤਰੀਕਾ ਹੈਗਾ ਹੈ ਜੀ। ਆਖੋ ਮਹਾਰਾਜ ਨੂੰ ਦੋਵੇਂ ਹੱਥ ਜੋੜ ਕੇ, ਸੱਚੇ ਪਾਤਸ਼ਾਹ ਸਾਡੀ ਦੋਵਾਂ ਲੋਕਾਂ ਵਿੱਚ ਰਾਖੀ ਕਰਿਓ। ਮਹਾਰਾਜ ਅਸੀਂ ਗਰੀਬ ਜੇ ਬੰਦੇ ਹਾਂ, ਸਾਡੀ ਦੋਵਾਂ ਲੋਕਾਂ 'ਚ ਰਾਖੀ ਕਰਿਓ।
ਹਾਂਜੀ। ਮੈਂ ਪਕਰਿਓ ਇੱਕ ਦਾਮਨ ਆਪ ਕੋ ਆਇਓ ਸ਼ਰਨ ਲਖੇ ਉਪਕਾਰੀ। ਸੱਚੇ ਪਾਤਸ਼ਾਹ ਮੇਰੀ ਧੀ ਨੇ ਆਪ ਜੀ ਦੇ ਪੁੱਤਰ ਦਾ ਪੱਲਾ ਫੜਿਆ, ਪਰ ਸੱਚਾਈ ਇਹ ਹੈ ਮਹਾਰਾਜ ਮੈਂ ਆਪਣੀ ਜ਼ਿੰਦਗੀ 'ਚ ਤੁਹਾਡਾ ਪੱਲਾ ਫੜਿਆ ਹੈ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਨੂੰ ਪਰਉਪਕਾਰੀ ਜਾਣ ਕੇ ਮੈਂ ਤੁਹਾਡੇ ਚਰਨਾਂ 'ਚ ਆਇਆ ਸੱਚੇ ਪਾਤਸ਼ਾਹ। ਹਾਂਜੀ। ਮੈਂ ਸਮਤਾ ਕੋ ਸਮਰੱਥ ਨਹੀਂ ਜਿਮ ਰੰਚਕ ਮੇਰ ਅਗਾਰੀ ਕਹਾਂ। ਮਹਾਰਾਜ ਮੇਰੇ ਵਿੱਚ ਆਪ ਜੀ ਦੀ ਬਰਾਬਰੀ ਕਰਨ ਦਾ ਫੁਰਨਾ ਵੀ ਨਹੀਂ ਬਣ ਸਕਦਾ ਜੀ। ਕਿਉਂ? ਇੱਕ ਰੇਤ ਦਾ ਨਿੱਕਾ ਜਿਹਾ ਕਣ ਜੀ, ਤੇ ਇੱਕ ਬੰਨੇ ਪੂਰਾ ਹੀ ਮੇਰ ਪਰਬਤ ਜੀ, ਪਹਾੜ ਜੀ। ਇੱਕ ਬੰਨੇ ਰੇਤਾ ਦਾ ਕਣ ਤੇ ਇੱਕ ਬੰਨੇ ਪਹਾੜ। ਰੇਤਾ ਦਾ ਕਣ ਕਦੀ ਪਹਾੜ ਦੀ ਬਰਾਬਰੀ ਨਹੀਂ ਕਰ ਸਕਦਾ। ਆਪ ਨੇ ਨਾਮ ਕੀ ਲਾਜ ਰੱਖੀ ਵਡਿਆਈ ਦਈ ਘਰ ਇਹਾਂ। ਸੱਚੇ ਪਾਤਸ਼ਾਹ ਤੁਸੀਂ ਆਪਣੇ ਨਾਮ ਦੀ ਲਾਜ ਰੱਖੀ ਹੈ, ਮੇਰੇ ਗਰੀਬ ਦੀ ਲਾਜ ਰੱਖੀ ਹੈ। ਸੱਚੇ ਪਾਤਸ਼ਾਹ ਸਮੇਤ ਸਿੱਖਾਂ ਦੇ ਮਿਹਰਾਂ ਕਰਕੇ ਮੇਰੇ ਘਰ ਵਿੱਚ ਚਰਨ ਪਾਏ, ਸੇਵਾ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਇਹ ਬਾਬਾ ਨਰਾਇਣ ਦਾਸ ਜੀ ਬਹੁਤੀ ਨਿਮਰਤਾ ਨਾਲ ਤੇ ਬੈਰਾਗ ਨਾਲ ਬੇਨਤੀਆਂ ਕਰ ਰਹੇ ਹੈ। ਹਾਂਜੀ। ਸ਼੍ਰੀ ਗੁਰ ਸ਼੍ਰੋਣ ਸੁਨੀ ਬੇਨਤੀ ਭਨ ਧੀਰਜ ਦੀਨ ਪ੍ਰਬੀਨ ਮਹਾ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਣਿਆ ਨਾ, ਗੁਰੂ ਅਰਜਨ ਦੇਵ ਜੀ ਨੇ, ਕਿ ਬਾਬਾ ਨਰਾਇਣ ਦਾਸ ਬਹੁਤੀ ਨਿਮਰਤਾ 'ਚ ਆ ਗਏ ਹੈ, ਸੱਚੇ ਪਾਤਸ਼ਾਹ ਮਹਾਰਾਜ ਅੱਗੋਂ ਇੰਜ ਉੱਤਰ ਦਿੰਦੇ ਆ। ਸਾਧ ਹੀ ਸਾਧ ਅਹੈ ਤੁਝ ਕੋ ਬਹੁ ਦੀਨਸ ਦੀਨ ਹੀ ਬਾਕ ਕਹਾਂ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬਾਬਾ ਨਰਾਇਣ ਦਾਸ ਜੀ ਨੂੰ ਕਹਿਣ ਲੱਗੇ ਸ਼ਾਬਾਸ਼ ਸ਼ਾਬਾਸ਼, ਤੁਹਾਡੇ ਇੰਨੇ ਨਿਮਰਤਾ ਵਾਲੇ ਬੋਲ ਸੁਣੇ। ਮਹਾਰਾਜ ਕਹਿੰਦੇ ਬਹੁਤ ਖੁਸ਼ੀ ਹੋਈ। ਕਹਿਣ ਲੱਗੇ ਕਿਤੇ ਨਾ ਕਿਤੇ ਹਉਮੈ ਆ ਹੀ ਵੜਦੀ ਬੰਦੇ ਅੰਦਰ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਤੇ ਨਾ ਕਿਤੇ ਹਉਮੈ ਵਾੜਾ ਆ ਜਾਂਦੀ ਜੀ। ਬਹੁਤ ਹਉਮੈ ਬੜੀ ਬਰੀਕ ਹੈਗੀ ਹੈ ਜੀ। ਹਾਂਜੀ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਆ ਵੜਦੀ ਜੀ। ਪਰ ਵੇਖ ਲੋ ਬਾਬਾ ਨਰਾਇਣ ਦਾਸ ਗੁਰੂ ਅਰਜਨ ਦੇਵ ਜੀ ਦੇ ਕੁੜਮ ਬਣ ਗਏ, ਹਉਮੈ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਜੀ। ਨਿਮਰਤਾ ਇੰਨੀ ਜੀ, ਇੰਨੀ ਨਿਮਰਤਾ ਜੀ। ਹਾਂਜੀ। ਸ਼੍ਰੀ ਹਰਿ ਗੋਬਿੰਦ ਸੰਗ ਦਮੋਦਰੀ ਦਾਇਜ ਬੀਚ ਤਰਿਓ ਸਮੁਦਾਈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਠਾਇਆ ਗਿਆ, ਨਾਲ ਮਾਤਾ ਦਮੋਦਰੀ ਜੀ ਨੂੰ ਬਿਠਾਇਆ ਗਿਆ, ਕੁਝ ਸਮਾਨ ਰੱਖਿਆ ਗਿਆ। ਗੁਰੂ ਅਰਜਨ ਸਾਹਿਬ ਕਹਿੰਦੇ ਰਹਿਣ ਦਿਓ, ਤੇ ਬਾਬਾ ਨਰਾਇਣ ਦਾਸ ਕਹਿੰਦੇ ਮਹਾਰਾਜ ਗਰੀਬ ਜਿਹਾ ਸਿੱਖ ਹੈਗਾ, ਪ੍ਰਵਾਨ ਕਰ ਲਓ। ਹਾਂਜੀ। ਪਾਨ ਲੈ ਪਾਨ ਮੈਂ ਕੀਨ ਸਭੀ ਬਿਧ ਡੋਰਾ ਮੰਗਾਏ ਲਿਓ ਤਿਸ ਥਾਈ। ਸੋ ਸਾਰਾ ਕੁਝ ਸਭਨਾਂ ਨੂੰ ਦੇ ਕੇ ਡੋਲਾ ਮੰਗਾਇਆ ਗਿਆ ਜੀ, ਡੋਲੀ ਮੰਗਾਈ ਗਈ ਜੀ। ਹਾਂਜੀ। ਦੀਨੀ ਬਿਠਾਏ ਸੁਤਾ ਤਿਸ ਮੈਂ ਘਰ ਤੇ ਨਿਕ ਸੈਤਰੇ ਬਾਹਰ ਆਈ। ਤੇ ਫਿਰ ਉਸ ਡੋਲੇ ਵਿੱਚ ਜਗਤ ਮਾਤਾ ਧੰਨ ਮਾਤਾ ਜੀ ਮਾਤਾ ਦਮੋਦਰੀ ਜੀ ਨੂੰ ਬਿਠਾਇਆ ਗਿਆ ਜੀ। ਹਾਂਜੀ। ਕੁਝ ਇਸਤਰੀਆਂ ਨਾਲ ਨਾਲ ਤੁਰੀਆਂ ਜਾ ਰਹੀਆਂ ਜੀ। ਬੜਾ ਬੈਰਾਗ ਬਣਿਆ ਸਾਰਿਆਂ ਨੂੰ ਜੀ। ਹਾਂਜੀ। ਰੋਦਤ ਹੈ ਗਰ ਸੰਗ ਲਗਾਵਤ ਮਾਤ ਮਿਲੈ ਬੜ ਨੇਹੋਂ ਜਨਾਈ। ਬਿਠਾਉਣ ਤੋਂ ਪਹਿਲਾਂ ਮਾਤਾ ਜੀ ਨੇ, ਮਾਤਾ ਦਮੋਦਰੀ ਜੀ ਦੇ ਮਾਤਾ ਜੀ ਨੇ ਨਾ ਜੀ ਗਲੇ ਲਾਇਆ ਜੀ, ਬੈਰਾਗ ਕੀਤਾ। ਚੇਤਾ ਰੱਖਿਓ ਤੁਸੀਂ ਕਥਾ ਸੁਣੀ ਜਾਇਓ, ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ। ਬਾਬਾ ਨਰਾਇਣ ਦਾਸ, ਉਹਨਾਂ ਦੀ ਪਤਨੀ, ਇਹਨਾਂ ਦੇ ਬੜੇ ਵੱਡੇ ਭਾਗ ਜੀ, ਬਹੁਤੇ ਹੀ ਵੱਡੇ ਭਾਗ ਜੀ। ਹਾਂਜੀ। ਦੇਰ ਲੱਗੈ ਫਿਰ ਫੇਰ ਮਿਲੇ ਹਟ ਜਾਓ ਨਾਰਾਇਣ ਦਾਸ ਕਹਿਓ। ਨਰਾਇਣ ਦਾਸ ਜੀ ਕਹਿੰਦੇ ਮਿਲਣ ਵਾਲੀਆਂ ਨੂੰ ਵੀ ਬਸ ਕਰੋ, ਬੈਠਣ ਦਿਓ, ਸਮਾਂ ਬੜਾ ਹੋ ਰਿਹਾ। ਹਾਂਜੀ। ਹੋਏ ਬੇਦਾ ਗਮਨੇ ਜਬ ਹੀ ਬਰਖਾ ਧਨ ਕੀ ਬਹੁ ਦੀਨ ਲਹਿਓ। ਬਾਬਾ ਬੁੱਢਾ ਸਾਹਿਬ ਜੀ, ਭਾਈ ਬਹਿਲੋ ਜੀ ਵਰਗੇ ਮਹਾਂਪੁਰਖ, ਬਾਬਾ ਮਹਾਦੇਵ ਜੀ, ਭਾਈ ਗੁਰਦਾਸ ਜੀ ਸਾਰੇ ਨਾਲ ਨੇ ਜੀ। ਜਦੋਂ ਮਾਤਾ ਦਮੋਦਰੀ ਜੀ ਡੋਲੀ ਵਿੱਚ ਸੱਜ ਗਏ ਨਾ ਜੀ, ਫਿਰ ਧਨ ਦੀ ਵਰਖਾ ਕੀਤੀ ਜੀ। ਹਾਂਜੀ। ਸ਼੍ਰੀ ਹਰਗੋਬਿੰਦ ਦੁਲਹੋ ਤੇ ਦੁਲਹੀ ਚੱਲ ਆਗੇ ਸੋ ਅਸ਼ਰੂ ਬਹਿਓ। ਸ਼੍ਰੀ ਹਰਗੋਬਿੰਦ ਦੁਲਹੋ ਤੇ ਦੁਲਹੀ ਚੱਲ ਆਗੇ ਸੋ ਅਸ਼ਰੂ ਬਹਿਓ।
ਗੁਰੂ ਹਰਗੋਬਿੰਦ ਸਾਹਿਬ ਅੱਗੇ ਅੱਗੇ, ਡੋਲਾ ਪਿੱਛੇ ਪਿੱਛੇ ਹੈ ਜੀ। ਮਾਤਾ ਦਮੋਦਰੀ ਜੀ ਵੀ ਬੈਰਾਗ ਕਰਦੇ ਜੀ। ਸੰਗਤ ਜੀ ਬੜੇ ਵੱਡੇ ਭਾਗ, ਮਾਂ ਜੀ ਦਾ ਅਸਥਾਨ ਬਣਿਆ ਹੋਇਆ ਜੀ। ਆਪਾਂ ਗਏ ਸਾਂ, ਡਰੌਲੀ ਗਏ ਸਾਂ ਜੀ, ਉੱਥੇ ਮਾਤਾ ਜੀ ਦਾ ਅਸਥਾਨ ਬਣਿਆ ਹੋਇਆ ਜੀ। ਬੜੀ ਮੰਨਤਾ ਹੈ ਮਾਤਾ ਜੀ ਦੇ ਅਸਥਾਨ ਦੀ ਜੀ। ਹਾਂਜੀ। ऊपर को बार डारत हैं बित दारिद रंकन बृंद दहियो। ਸੋ ਸੰਗਤ ਜੀ ਧਨ ਵਾਰ ਵਾਰ ਕੇ ਸੁੱਟ ਰਹੇ ਆ ਤੇ ਬੱਚੇ ਲੁੱਟ ਰਹੇ ਨੇ ਜੀ। ਹਾਂਜੀ। ਭਰਾਤਨ ਸਾਥ ਨਾਰਾਇਣ ਦਾਸ ਗਇਓ ਮਗ ਕੇਤਕ ਸ਼੍ਰੀ ਗੁਰ ਜਾਨਾ। ਗੁਰੂ ਸਾਹਿਬ ਮਹਾਰਾਜ ਜੀ ਨੂੰ ਵਿਦਾ ਕਰਨ ਵਾਸਤੇ ਬਾਬਾ ਨਰਾਇਣ ਦਾਸ ਜੀ ਆਪਣੇ ਨਾਲ ਆਪਣੇ ਭਰਾਵਾਂ ਨੂੰ ਲੈ ਕੇ ਕਿੰਨੀ ਦੂਰ ਤੱਕ ਛੱਡਣ ਗਏ ਜੀ। ਹਾਂਜੀ। ਆਪ ਖਰੇ ਹੋਏ ਤੀਰ ਬੁਲਾਏ ਕੈ ਬਾਕ ਕਹਿਓ ਹਟਿਏ ਨਿਜ ਥਾਨਾ। ਜਦੋਂ ਕਿੰਨੀ ਦੂਰ ਤੱਕ ਛੱਡਣ ਗਏ ਨਾ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਖਲੋ ਗਏ, ਬਾਬਾ ਨਰਾਇਣ ਦਾਸ ਜੀ ਨੂੰ ਸੱਦਿਆ। ਮਹਾਰਾਜ ਕਹਿਣ ਲੱਗੇ ਹੁਣ ਤੁਸੀਂ ਜਾਓ ਆਪਣੇ ਘਰ। ਕਹਿਣ ਲੱਗੇ ਬਹੁਤ ਹੋ ਗਿਆ, ਤੁਸੀਂ ਬੜਾ ਆਏ। ਕਹਿਣ ਲੱਗੇ ਹਾਂਜੀ। ਯੋ ਸੁਨ ਕੈ ਬਿਨਤੀ ਬਹੁ ਕੀਨ ਸ਼ਿਮੋ ਅਪਰਾਧ ਮੈਂ ਕੀਨੋ ਮਹਾਨਾ। ਬਾਬਾ ਨਰਾਇਣ ਦਾਸ ਜੀ ਬਹੁਤੀ ਨਿਮਰਤਾ ਵਾਲੇ ਨੇ, ਬਹੁਤੀ ਨਿਮਰਤਾ ਵਾਲੇ ਜੀ। ਹਾਂਜੀ। ਪਤਾ ਕੀ ਕਹਿਣ ਲੱਗੇ? ਕਹਿੰਦੇ ਮਹਾਰਾਜ ਤੁਸੀਂ ਇੰਨੇ ਦਿਨ ਘਰ ਰਹੇ, ਮੇਰੇ ਕੋਲ ਬੜੀਆਂ ਹੀ ਭੁੱਲਾਂ ਹੋਈਆਂ। ਕਹਿਣ ਲੱਗੇ ਦੋ ਮਿੱਠੇ ਬੋਲ ਨੇ ਬੰਦੇ ਕੋਲ ਜੀ। ਹਾਂਜੀ। ਉਹਨੂੰ ਬੋਲਣ ਲੱਗਿਆ ਕਿਹੜਾ ਮੁੱਲ ਲੱਗਦਾ ਜੀ, ਉਹ ਵੀ ਨਹੀਂ ਬੋਲੇ ਜਾਂਦੇ ਜੀ। ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਆਏ, ਪਰ ਮੇਰੇ ਕੋਲ ਬੜੀਆਂ ਹੀ ਭੁੱਲਾਂ ਹੋਈਆਂ ਨੇ। ਹਾਂਜੀ। ਆਪਨੇ ਧਾਮ ਬੁਲਾਏ ਪਠੇ ਜਗ ਕੇ ਗੁਰ ਪੂਜ ਨਾ ਮਾਨ ਪਛਾਨਾ। ਸੱਚੇ ਪਾਤਸ਼ਾਹ ਆਪਣੇ ਘਰ ਵਿੱਚ ਤੁਹਾਨੂੰ ਸੱਦਿਆ, ਤੁਸੀਂ ਜਗਤ ਦੇ ਪੂਜਨੀਕ ਸਤਿਗੁਰੂ ਹੋ। ਮਹਾਰਾਜ ਜਿੰਨਾ ਤੁਹਾਡਾ ਮਾਣ ਸਤਿਕਾਰ ਪੂਜਾ ਚਾਹੀਦੀ ਮੈਂ ਕੀਤੀ ਨਹੀਂ ਮਹਾਰਾਜ। ਮਹਾਰਾਜ ਮੈਂ ਉਹਨਾਂ ਸਤਿਕਾਰ ਕਰ ਨਹੀਂ ਪਾਇਆ ਆਪ ਜੀ ਦਾ। ਹਾਂਜੀ। ਚਾਰ ਦਿਸ਼ਾ ਨਰ ਦੇਖਤ ਕੇ ਹਿਤ ਪੰਥ ਉਲੰਘਤ ਦੂਰ ਤੇ ਆਵੇ। ਤੇ ਚਾਰੇ ਪਾਸਿਆਂ ਤੋਂ ਨਾ ਜੀ ਲੋਕ ਵੇਖ ਰਹੇ ਸਨ ਜੀ, ਬੜਾ ਲਾਮ ਲਸ਼ਕਰ ਜਾ ਰਿਹਾ ਹੈ ਜੀ, ਬਹੁਤ ਲਾਮ ਲਸ਼ਕਰ ਜਾ ਰਿਹਾ ਜੀ। ਹਾਂਜੀ। ਦੇਤ ਅਕੋਰ ਥਿਰੈ ਕਰ ਜੋਰ ਅਨੇਕ ਮਨੋਰਥ ਆਪ ਤੇ ਪਾਵੇਂ। ਤੇ ਸੰਗਤ ਜੀ ਬਾਬਾ ਨਰਾਇਣ ਦਾਸ ਕਹਿ ਰਹੇ ਮਹਾਰਾਜ ਲੋਕ ਤੇ ਚਾਰੇ ਪਾਸਿਓਂ ਆ ਕੇ ਤੁਹਾਨੂੰ ਭੇਟਾ ਦਿੰਦੇ, ਮਹਾਰਾਜ ਤੁਹਾਨੂੰ ਮੱਥਾ ਟੇਕਦੇ ਆ, ਤੁਹਾਡੇ ਦਰਸ਼ਨ ਕਰਕੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਮੈਂ ਤੇ ਬਹੁਤ ਗਰੀਬ ਹੈਗਾ ਸੱਚੇ ਪਾਤਸ਼ਾਹ। ਹਾਂਜੀ। ਰਾਓ ਕੈ ਰੰਕ ਤਜੈ ਸਭ ਸ਼ੰਕ ਧਰੇ ਸ਼ਰਧਾ ਪਦ ਕੰਜ ਮਨਾਵੇਂ। ਗੱਜ ਕੇ ਆਖੋ ਵਾਹਿਗੁਰੂ। ਅਮੀਰ ਗਰੀਬ ਸਾਰੇ ਸ਼ੰਕੇ ਛੱਡ ਕੇ ਮਹਾਰਾਜ ਤੁਸੀਂ ਉਹਦੇ ਵੱਲ ਜਾਂਦੇ ਤੇ ਜਿਹੜਾ ਤੁਹਾਡੇ ਤੇ ਸ਼ਰਧਾ ਰੱਖਦਾ ਹੈ। ਮਹਾਰਾਜ ਜਿਹੜਾ ਸ਼ਰਧਾ ਰੱਖਦਾ, ਮਹਾਰਾਜ ਕੀ ਅਮੀਰ ਤੇ ਗਰੀਬ ਸਾਰੇ ਤੁਹਾਡੇ ਚਰਨ ਪੂਜਦੇ ਆ। ਹਾਂਜੀ। ਮੈਂ ਮਤ ਹੀਨ ਨਾ ਜਾਣਿਓ ਕਛੂ ਲਖ ਲੌਕਿਕ ਰੀਤ ਕਰੈ ਬਨ ਆਵੇ। ਮਹਾਰਾਜ ਮੈਂ ਤੇ ਜਗਤ ਦੀਆਂ ਮਰਿਆਦਾਵਾਂ ਵੀ ਚੰਗੀ ਤਰ੍ਹਾਂ ਨਹੀਂ ਨਿਭਾ ਸਕਿਆ। ਕਿਉਂ? ਮਹਾਰਾਜ ਮੈਲੀ ਮੱਤ ਹੈ ਨਾ ਮੇਰੀ। ਗੱਜ ਕੇ ਆਖੋ ਵਾਹਿਗੁਰੂ। ਅੱਜ ਸਭ ਤੋਂ ਵੱਧ ਜ਼ੋਰ ਲੱਗਾ ਕਿ ਦੂਜੇ ਨੂੰ ਭੰਡ ਦਈਏ ਜੀ। ਪੁਰਾਤਨ ਸਿੱਖ ਕਿੰਨੇ ਵੱਡੇ ਕਹਿੰਦੇ ਜੀ ਮਹਾਰਾਜ ਮੇਰੀ ਮਾੜੀ ਮੱਤ ਹੈ ਨਾ, ਮੈਂ ਮਾੜੀ ਮੱਤ ਦਾ ਸ਼ਿਕਾਰ ਹਾਂ ਨਾ ਸੱਚੇ ਪਾਤਸ਼ਾਹ। ਹਾਂਜੀ। ਸ਼੍ਰੀ ਗੁਰ ਨੇ ਸੁਨ ਧੀਰਜ ਦੀਨ ਇਤੇ ਹਮ ਆਪ ਹੀ ਆਵਨ ਠਾਨਾ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰਜ ਦਿੱਤਾ ਜੀ ਬਾਬਾ ਨਰਾਇਣ ਦਾਸ ਜੀ ਦੇ ਨਾ ਜੀ ਮੋਢੇ ਤੇ ਹੱਥ ਰੱਖ ਕੇ ਕਿਹਾ। ਮਹਾਰਾਜ ਕਹਿੰਦੇ ਨਰਾਇਣ ਦਾਸ ਜੀ ਤੁਸੀਂ ਨਹੀਂ ਸੱਦਿਆ, ਸਾਡਾ ਆਪਣਾ ਹੀ ਫੁਰਨਾ ਸੀਗਾ ਤੁਹਾਡੇ ਕੋਲ ਆਉਣ ਦਾ। ਕਹਿਣ ਲੱਗੇ ਹਾਂਜੀ। ਤੋ ਕਹੋ ਦੋਸ਼ ਨਾ ਰਾਖ ਭਰੋਸ ਕੋ ਜਾਪ ਕਰੋ ਸਤਨਾਮ ਸੁਜਾਨਾ। ਹੁਣ ਮਹਾਰਾਜ ਉਪਦੇਸ਼ ਦੇਣ ਲੱਗੇ। ਮਹਾਰਾਜ ਕਹਿੰਦੇ ਨਰਾਇਣ ਦਾਸ ਜੀ ਸੇਵਾ ਹੋਈ ਨਹੀਂ ਹੋਈ ਤੁਹਾਨੂੰ ਕੋਈ ਦੋਸ਼ ਨਹੀਂ ਹੈਗਾ। ਕਹਿਣ ਲੱਗੇ ਫਰਕ ਹੁੰਦਾ ਤੇ ਪਿਆਰ ਵਾਲਿਆਂ ਦੇ ਸਾਰੇ ਦੋਸ਼ ਹੀ ਗੁਰੂ ਜੀ ਖਤਮ ਕਰ ਦਿੰਦੇ। ਗੱਜ ਕੇ ਆਖੋ
ਤੁਸੀਂ ਰੋਜ਼ ਪੜ੍ਹਦੇ ਨਾ, ਸਿਮਰੋ ਅੰਗਦ ਦੋਖ ਨਿਕੰਦਨ, ਦੋਖਾਂ ਦਾ ਨਾਸ ਕਰਨ ਵਾਲੇ। ਤੁਹਾਨੂੰ ਕੋਈ ਵੀ ਦੋਸ਼ ਨਹੀਂ ਹੈਗਾ, ਸਤਿਗੁਰੂ ਜੀ ਕਹਿਣ ਲੱਗੇ। ਤੋ ਕਹੋ ਦੋਸ਼ ਨਾ ਰਾਖ ਭਰੋਸਾ, ਕੋ ਜਾਪ ਕਰੋ ਸਤਨਾਮ ਸੁਜਾਨਾ। ਕਹਿਣ ਲੱਗੇ ਭਰੋਸਾ ਰੱਖੋ, ਵਾਹਿਗੁਰੂ ਦਾ ਜਾਪ ਕਰੋ। ਕਹਿਣ ਲੱਗੇ ਤੁਹਾਨੂੰ ਕੋਈ ਦੋਸ਼ ਨਹੀਂ ਲੱਗਣਾ। ਹਾਂਜੀ। ਆਪ ਹਟੋ ਨਿਜ ਧਾਮਨ ਕੋ, ਅਬ ਚਾਹਤ ਹੈ ਹਮ ਵੀ ਪ੍ਰਸਥਾਨਾ। ਹੁਣ ਤੁਸੀਂ ਆਪਣੇ ਭਾਈਆਂ ਨੂੰ ਨਾਲ ਲੈ ਕੇ ਤੇ ਆਪਣੇ ਘਰ ਨੂੰ ਚਲੇ ਜਾਓ, ਡੱਲੇ ਪਿੰਡ ਤੋਂ। ਅਸੀਂ ਹੁਣ ਅੱਗੇ ਜਾਣਾ ਚਾਹੁੰਦੇ, ਮਹਾਰਾਜ ਕਹਿਣ ਲੱਗੇ। ਤੁਸੀਂ ਵੇਖੋ ਸੰਗਤ ਜੀ, ਇਹ ਨਿਮਰਤਾ ਦੀਆਂ ਗੱਲਾਂ ਸੁਣ ਕੇ ਕਿੰਨਾ ਮਨ ਨੂੰ ਸੁੱਖ ਮਿਲਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਨਿਮਰਤਾ ਦੀਆਂ ਗੱਲਾਂ ਸੁਣ ਕੇ ਕਿੰਨਾ ਮਨ ਨੂੰ ਸੁੱਖ ਮਿਲਦਾ ਹੈ ਜੀ। ਹਾਂਜੀ। ਲੌਕਿਕ ਰੀਤ ਸਭੈ ਬਨ ਆਵਤ, ਕਿਉ ਮਨ ਤੋਹੇ ਸੰਦੇਹ ਉਠਾਨਾ। ਮਹਾਰਾਜ ਕਹਿਣ ਲੱਗੇ ਸ਼ੱਕ ਨਾ ਕਰਿਓ, ਜਗਤ ਦੀਆਂ ਸਾਰੀਆਂ ਮਰਿਆਦਾਵਾਂ ਤੁਸੀਂ ਪੂਰੀਆਂ ਕੀਤੀਆਂ ਨੇ। ਕਹਿਣ ਲੱਗੇ ਐਵੇਂ ਸੋਚਦੇ ਨਾ ਰਿਓ ਸਾਡੇ ਕੋਲੋਂ ਆਹ ਨਹੀਂ ਹੋਇਆ, ਆਹ ਨਹੀਂ ਹੋਇਆ। ਮਹਾਰਾਜ ਕਹਿੰਦੇ ਆਨੰਦ ਚ ਰਹੋ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੀ ਪੂਰੀ ਖੁਸ਼ੀ ਹੈ ਤੁਹਾਡੇ ਉੱਤੇ ਜੀ। ਹੁਣ ਧਿਆਨ ਨਾਲ ਸੁਣਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਮੇਂ ਨਾਲ ਗੁਰਤਾ ਗੱਦੀ ਤੇ ਬੈਠੇ ਤੇ ਭਾਈ ਸਾਈਂ ਦਾਸ ਨੇ ਸਰੀਰ ਤਿਆਗਿਆ ਜੀ। ਉਹਦੇ ਤੋਂ ਪਹਿਲਾਂ ਨਾ ਜੀ ਮਾਤਾ ਦਮੋਦਰੀ ਜੀ ਨੇ ਸਰੀਰ ਤਿਆਗਤਾ ਜੀ। ਬੀਬੀ ਰਾਮੋ ਨੇ ਵੀ ਤਿਆਗਤਾ ਜੀ। ਮਾਤਾ ਦਮੋਦਰੀ ਜੀ ਦੀ ਭੈਣ ਹੈ ਇੱਕ, ਉਹਦਾ ਨਾਮ ਹੈ ਬੀਬੀ ਰਾਮੋ। ਇੰਨੇ ਜਣਿਆਂ ਨੇ ਜਦੋਂ ਸਰੀਰ ਤਿਆਗਿਆ ਨਾ, ਤੇ ਨਰਾਇਣ ਦਾਸ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਭਾਗਵਾਨੇ, ਇਹੋ ਜਿਹਾ ਮੌਕਾ ਫਿਰ ਨਹੀਂ ਉਹ ਮਿਲਣਾ। ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ, ਇਹਨਾਂ ਦੇ ਸਾਹਮਣੇ ਹੀ ਸਰੀਰ ਤਿਆਗ ਦਿਏ। ਦੋਵਾਂ ਨੇ ਮਹਾਰਾਜ ਦੇ ਸਾਹਮਣੇ ਹੀ ਸਰੀਰ ਤਿਆਗਤਾ ਸੀਗਾ। ਇੰਨੀ ਕਮਾਈ ਵਾਲੇ ਸਨ ਜੀ। ਹਰ ਬੰਦੇ ਵਿੱਚ ਇਸ ਤਰ੍ਹਾਂ ਦੀ ਖੇਡ ਨਹੀਂ ਹੁੰਦੀ ਸੰਗਤ ਦੀ। ਹਰ ਬੰਦਾ ਆਪਣੀ ਮਰਜ਼ੀ ਨਾਲ ਸਰੀਰ ਤਿਆਗਦੇ ਨਹੀਂ। ਬਾਬਾ ਨਰਾਇਣ ਦਾਸ ਜੀ ਤੇ ਉਹਨਾਂ ਦੇ ਘਰੋਂ ਉਹਨਾਂ ਨੇ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਭਾਈ ਕੀਡਰੋਂ ਦੀ ਸਰੀਰ ਤਿਆਗਿਆ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਖੁਸ਼ੀਆਂ ਦੇ ਕੇ ਜਾ ਰਹੇ। ਮਹਾਰਾਜ ਕਹਿੰਦੇ ਪੂਰੀ ਖੁਸ਼ੀ ਹੈ ਤੁਹਾਡੇ ਤੇ। ਹਾਂਜੀ। ਬੈਨ ਸਨੈ ਕਰੁਣਾ ਸੁਨ ਕੈ, ਕਰ ਜੋਰ ਨਾਰਾਇਣ ਦਾਸ ਤਬੈ। ਜਦੋਂ ਹੈ ਕਿਰਪਾ ਭਰੇ, ਬਖਸ਼ਿਸ਼ਾਂ ਭਰੇ, ਰਹਿਮਤਾਂ ਭਰੇ ਬਚਨ ਬਾਬਾ ਨਰਾਇਣ ਦਾਸ ਜੀ ਨੇ ਸੁਣੇ ਤੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਹਾਂਜੀ। ਸ਼੍ਰੀ ਗੁਰ ਕੇ ਪਗ ਪੰਕਜ ਉਪਰ, ਸੀਸ ਧਰਿਓ ਬ੍ਰਿਚ ਭਰਾਤ ਸਬੈ। ਸਾਰੇ ਭਰਾ ਲਾਗੇ ਖਲੋਤੇ। ਬੰਦਾ ਸੋਚਦਾ ਹੀ ਹੈ ਮੇਰੇ ਕੁੜਮ ਨੇ ਜੀ, ਗੁਰੂ ਅਰਜਨ ਸਾਹਿਬ ਕੁੜਮ ਨੇ। ਇਹੋ ਜਿਹੀ ਗੱਲ ਨਹੀਂ ਸੋਚੀ। ਸਾਰੇ ਸਮਾਜ ਦੇ ਸਾਹਮਣੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਬੜੀ ਵੱਡੀ ਗੱਲ 'ਚ ਸੰਗਤ ਜੀ, ਪਦਵੀ ਦਾ ਵੀ ਮਾਣ ਛੱਡ ਦੇਣਾ ਤੇ ਨਿਮਰਤਾ ਧਾਰਨ ਕਰ ਲੈਣਾ ਜੀ। ਹਾਂਜੀ। ਸ਼੍ਰੀ ਹਰ ਗੋਬਿੰਦ ਬੰਦਨ ਕੀਨ, ਲਖਿਓ ਸਸੁਰੋ ਬੜ ਥਾਨ ਜਬੈ। ਧੰਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੰਧਨ ਕੀਤੀ, ਨਮਸਕਾਰ ਕੀਤੀ ਆਪਣੇ ਸਹੁਰਾ ਜੀ ਨੂੰ ਜੀ। ਹਾਂਜੀ। ਔਰ ਨਮੋ ਸਗਰੇ ਹਟ ਕੈ, ਹਟ ਧਾਮ ਚਲੇ ਮਨ ਪ੍ਰੇਮ ਫਬੈ। ਸਭ ਨੂੰ ਨਮਸਕਾਰ ਕਰਕੇ ਫਿਰ ਹੁਣ ਗੁਰੂ ਸਾਹਿਬ ਜੀ ਨੇ ਬਰਾਤ ਦੀ ਵਾਪਸੀ ਜਿਹੜੀ ਆ ਉਹ ਅੰਮ੍ਰਿਤਸਰ ਨੂੰ ਕਰ ਲਈ ਹੈ ਜੀ। ਹਾਂਜੀ। ਯੋ ਮਿਲ ਕੇ ਬਿਛੁਰੇ ਦਿਸ਼ ਦੋਏ, ਗਏ ਨਿਜ ਧਾਮ ਬੜੋ ਮੁੱਦ ਪਾਏ। ਗੱਜ ਕੇ ਆਖੋ। ਇਸ ਤਰ੍ਹਾਂ ਦੋਵੇਂ ਧਿਰਾਂ ਜਿਹੜੀਆਂ ਇੱਕ ਦੂਜੇ ਤੋਂ ਅਲੱਗ-ਅਲੱਗ ਹੋ ਗਈਆਂ, ਡੱਲੇ ਵਾਲੇ ਡੱਲੇ ਪਿੰਡ ਵਾਪਸ ਚਲੇ ਗਏ ਜੀ। ਹਾਂਜੀ। ਗ੍ਰਾਮ ਕੇ ਲੋਕ ਕਹੈ ਸਭ ਹੀ, ਬਹੁ ਬਿਆਹ ਬਿਖੈ ਹਮਨੇ ਬੜ ਥਾਏ। ਤੇ ਜਦੋਂ ਬਾਬਾ ਨਰਾਇਣ ਦਾਸ ਪਿੰਡ 'ਚ ਆਏ ਨਾ ਜੀ, ਤੇ ਪਿੰਡ ਵਾਲੇ ਲੋਕ ਬਾਬਾ ਨਰਾਇਣ ਦਾਸ ਜੀ ਨੂੰ ਕਹਿੰਦੇ, ਬਾਬਾ ਜੀ ਬੜੇ ਵਿਆਹ ਵੇਖੇ ਜ਼ਿੰਦਗੀ 'ਚ ਅਸੀਂ। ਹਾਂਜੀ। ਹੋਇਓ ਨਾ ਐਸੋ ਆਨੰਦ ਬੇਲੰਦ, ਜਥਾ ਇਸ ਮੈਂ ਗਨ ਮੰਗਲ ਸ਼ਾਈ। ਬੜੇ ਵਿਆਹ ਵੇਖੇ ਆਪਣੀ ਜ਼ਿੰਦਗੀ ਵਿੱਚ, ਪਰ ਜਿਹੋ ਜਿਹਾ ਤੁਹਾਡੀ ਧੀ ਦਾ ਵਿਆਹ ਸੀ ਪਹਿਲਾਂ ਨਹੀਂ ਕਦੀ ਵੇਖਿਆ। ਕਹਿਣ ਲੱਗੇ ਇੰਨਾ ਖੁਸ਼ੀ ਦਾ ਮਾਹੌਲ, ਇੰਨੀ ਕਿਰਪਾ। ਕਹਿਣ ਲੱਗੇ ਤੇ ਮੈਂ ਫਿਰ ਬੇਨਤੀ ਕਰਾਂ, ਸਰੀਰਾਂ ਦਾ ਬੜਾ ਅਸਰ ਹੁੰਦਾ ਹੈ ਜੀ। ਤੁਸੀਂ ਬੈਠੇ ਕੀ ਸੋਚ ਰਹੇ ਹੋ, ਤੁਹਾਡੀ ਸੋਚ ਦਾ ਅਸਰ ਵਾਤਾਵਰਣ ਵਿੱਚ ਪੈਣਾ ਹੈ ਜੀ।
ਉਹ ਇੱਕੋ ਹੀ ਬੰਦਾ ਕਈ ਵਾਰੀ ਆ ਜਾਏ ਨਾ ਜੀ ਉਹੋ ਜਿਹਾ, ਕਈ ਵਾਰੀ ਸਾਰਿਆਂ ਦਾ ਹੀ ਮਾਹੌਲ ਵਿਗੜ ਜਾਂਦਾ ਹੈ ਜੀ। ਸੋ ਇੱਥੇ ਹੈ ਹੀ ਖੁਸ਼ੀਆਂ ਵਾਲੇ ਨੇ ਸਾਰੇ ਲੋਕ। ਬਾਬਾ ਨਰਾਇਣ ਦਾਸ ਜੀ ਨੂੰ ਕਹਿੰਦੇ ਇਹੋ ਜਿਹਾ ਵਿਆਹ ਪਹਿਲਾਂ ਨਹੀਂ ਸੀ ਕਦੀ ਵੇਖਿਆ। ਹਾਂਜੀ। ਸ਼੍ਰੀ ਗੁਰ ਕੀਰ ਪ੍ਰਤਾਖ ਪਖਤ ਹੈ, ਗ੍ਰਾਮ ਬਿਖੈ ਸਗਰੇ ਹਰ ਖਾਏ। ਨਾਲੇ ਗੁਰੂ ਸਾਹਿਬ ਜੀ ਦਾ ਪ੍ਰਤਾਪ ਜਾਰੀ ਰੂਪ ਚ ਪ੍ਰਗਟ ਸਾਰੇ ਨਗਰ ਨੇ ਦੇਖਿਆ। ਅਸੀਂ ਤੇ ਧੰਨ ਧੰਨ ਹੀ ਹੋ ਗਏ ਵਿਆਹ ਵੇਖ ਕੇ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਕਮਾਲ ਦੀ ਗੱਲ ਜੀ। ਹਾਂਜੀ। ਕੋਈ ਇਹ ਵੀ ਕਹਿੰਦਾ ਵੀ ਮੈਂ ਨਿਹਾਲ ਹੋ ਗਿਆ ਵਿਆਹ ਵੇਖ ਕੇ। ਹਾਂ, ਸੰਸਾਰੀ ਲੋਕ ਇਹ ਜ਼ਰੂਰ ਕਹਿੰਦੇ ਆ ਬੜਾ ਮਜ਼ਾ ਆਇਆ ਕਹਿੰਦੇ ਵਿਆਹ ਵੇਖ ਕੇ। ਆਮ ਬਾਹਰਲੇ ਵਿਆਹ ਜਾਈਏ, ਗੁਰਮੁਖ ਜਿਹੜਾ ਉਹ ਮਜ਼ੇ ਨੂੰ ਆਨੰਦ ਕਹਿ ਦਿੰਦਾ ਜੀ ਵੀ ਆਨੰਦ ਆਇਆ ਜੀ। ਪਰ ਲੋਕ ਬਾਬਾ ਨਰਾਇਣ ਦਾਸ ਜੀ ਨੂੰ ਕਹਿੰਦੇ ਕਹਿੰਦੇ ਅਸੀਂ ਵਿਆਹ ਵੇਖ ਕੇ ਨਿਹਾਲ ਹੀ ਹੋ ਗਏ ਕਹਿਣ ਲੱਗੇ। ਕਿੱਡੇ ਕਿੱਡੇ ਬ੍ਰਹਮ ਗਿਆਨੀ ਵਿਆਹ ਵਿੱਚ ਆਏ ਆ ਜੀ। ਹਾਂਜੀ। ਬ੍ਰਿੰਦ ਬਾਰਾਤ ਲੀਏ ਹਰ ਗੋਬਿੰਦ, ਡੋਰੇ ਕੋ ਅਗਰ ਕਰੇ ਮਗ ਚਾਲੇ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੀ ਬਰਾਤ ਨੂੰ ਨਾਲ ਲੈ ਕੇ ਡੋਲੇ ਨੂੰ ਅੱਗੇ ਕਰਕੇ ਆਪ ਪਿੱਛੇ ਪਿੱਛੇ ਹਨ ਜੀ। ਹਾਂਜੀ। ਲੰਘ ਗਏ ਸੁਲਤਾਨਪੁਰੇ ਕੋ, ਬਾਦ ਬਜਾਵਤ ਜਾਤ ਬਿਸਾਲੇ। ਵਾਜੇ ਵੱਜ ਰਹੇ ਆ, ਖੁਸ਼ੀ ਦਾ ਮਾਹੌਲ ਹੈ। ਸੁਲਤਾਨਪੁਰ ਲੋਧੀ ਦੀ ਜਿਹੜੀ ਧਰਤੀ ਹੈ ਉਥੋਂ ਨਮਸਕਾਰ ਕਰਕੇ ਅੱਗੇ ਲੰਘ ਗਏ ਜੀ। ਹਾਂਜੀ। ਭਾਨ ਟਰੇ ਸਲਿਤਾ ਉਲੰਗੇ, ਸਭ ਪਾਰ ਪਰੇ ਥਿਤ ਗੋਇੰਦ ਵਾਲੇ। ਤੇ ਸੰਗਤ ਜੀ ਦਿਨ ਢਲੇ, ਦਰਿਆ ਪਾਰ ਕੀਤਾ ਜੀ ਸਾਰਿਆਂ ਨੇ। ਉਹਨਾਂ ਸਮਿਆਂ 'ਚ ਦਰਿਆ ਪਾਰ ਕਰਦਿਆਂ ਬੜਾ ਸਮਾਂ ਲੱਗਦਾ ਹੁੰਦਾ ਸੀਗਾ ਜੀ। ਹਾਂਜੀ। ਦਰਿਆ ਵੀ ਕਿਲੋ 2-2 ਕਿਲੋਮੀਟਰ ਲੰਬੇ ਹੁੰਦੇ ਸੀਗੇ ਜੀ। ਦਰਿਆ ਪਾਰ ਕੀਤਾ ਜੀ। ਤੇ ਦਰਿਆ ਪਾਰ ਕਰਦਿਆਂ ਹੀ ਗੋਇੰਦਵਾਲ ਸਾਹਿਬ ਸੀਗਾ ਜੀ। ਅੱਜ ਤੋਂ 70 ਕੁ ਸਾਲ ਪਹਿਲਾਂ ਦਾ ਜਿਹੜਾ ਸਮਾਂ ਨਾ ਜੀ, ਮੈਨੂੰ ਗੁਰਮੁਖਾਂ ਨੇ ਦੱਸਿਆ ਜਿਹੜੇ 70 ਸਾਲ ਪਹਿਲਾਂ ਗੋਇੰਦਵਾਲ ਸਾਹਿਬ ਜਾਂਦੇ ਸਨ, ਕਹਿੰਦੇ ਵੀ ਜਿੱਥੇ ਮਹਾਰਾਜ ਦਾ ਦਰਬਾਰ ਹੈ, ਅਸਥਾਨ ਹੈ, ਬਿਲਕੁਲ ਦਰਿਆ ਖਹਿ ਕੇ ਲੰਘਦਾ ਸੀਗਾ ਜੀ। ਬਿਲਕੁਲ ਹੀ ਜੀ। ਹੁਣ ਤੇ ਹਟਵਾ ਹੋ ਗਿਆ ਨਾ ਜੀ, ਸਰਕਾਰ ਨੇ ਕੀਤਾ ਜੀ। ਕਹਿੰਦੇ ਦਰਿਆ ਬਿਲਕੁਲ ਲਾਗੋਂ ਲੰਘਦਾ ਹੁੰਦਾ ਸੀਗਾ। ਤੇ ਗੋਇੰਦਵਾਲ ਸਾਹਿਬ ਦਾ ਆਨੰਦ ਜਿਹੜਾ ਸੀ ਨਾ ਉਹ ਹਜੂਰ ਸਾਹਿਬ ਵਰਗਾ ਸੀਗਾ ਕਹਿਣ ਲੱਗੇ। ਸ਼ਾਮ ਦਾ ਆਨੰਦ ਕਹਿੰਦੇ ਜਦੋਂ ਸੋਧਰ ਦਾ ਪਾਠ ਹੁੰਦਾ, ਇੱਕ ਬੰਨੇ ਦਰਿਆ, ਪਾਠ ਸੁਣਨ ਦਾ ਆਨੰਦ ਹੁੰਦਾ ਸੀਗਾ ਜੀ। ਤੇ ਇਹ ਤੇ ਹੋਰ ਤੋਂ ਵੀ ਪੁਰਾਣਾ ਮਾਹੌਲ ਹੈ ਜੀ। ਦਰਿਆ ਪਾਰ ਕੀਤਾ ਤੇ ਭਾਨ ਢਰੇ ਸਰਤਾ ਉਲੰਘੇ, ਸਭ ਪਾਰ ਪਰੇ ਥਿਤ ਗੋਇੰਦ ਵਾਲੇ। ਰਾਤ ਪੈ ਗਈ ਤੇ ਗੋਇੰਦਵਾਲ ਸਾਹਿਬ ਟਿਕ ਗਏ ਜੀ ਸਾਰੇ ਜੀ। ਹਾਂਜੀ। ਕੇਵਟ ਕੋ ਤਨ ਦੀਨ ਮਹਾ, ਹਰ ਖਾਏ ਰਹਿਓ ਪਿਖ ਰੂਪ ਕਿਰਪਾਲੇ। ਮਲਾਹ ਨੂੰ ਧਨ ਦਿੱਤਾ। ਉਹ ਮਲਾਹ ਜਿਹੜਾ ਬੇੜੀ ਵਾਲਾ, ਉਹ ਵੀ ਗੁਰੂ ਹਰਗੋਬਿੰਦ ਜੀ ਦਾ ਰੂਪ ਵੇਖ ਕੇ ਨਿਹਾਲ ਹੋ ਗਿਆ ਜੀ। ਐਡਾ ਸੋਹਣਾ ਮਹਾਰਾਜ ਦਾ ਰੂਪ ਹੈ ਜੀ। ਹਾਂਜੀ। ਜਾਏ ਨਿਵੇਸ਼ ਬਰਾਤ ਕੀਓ, ਗਨ ਸਿਅੰਦਨ ਸੰਗ ਤੁਰੰਗ ਬਿਲੰਦੇ। ਡੋਰੇ ਕੋ ਅੰਤਰ ਲੈ ਗਮਨੇ, ਬਹੁ ਆਦਰ ਸੋਰ ਧਾਰ ਆਨੰਦੇ। ਤੇ ਗੋਇੰਦਵਾਲ ਸਾਹਿਬ ਚ ਪ੍ਰਬੰਧ ਬਾਬਾ ਮੋਹਰੀ ਜੀ ਦਾ, ਗੁਰੂ ਅਮਰਦਾਸ ਜੀ ਦੇ ਪੁੱਤਰ ਦਾ ਜੀ। ਉਹਨਾਂ ਬੀਬੀਆਂ ਨੂੰ ਆਖਿਆ, ਉਹ ਬੀਬੀਆਂ ਡੋਲਾ ਜਿਹੜਾ ਉਹ ਅੰਦਰ ਸਤਿਕਾਰ ਨਾਲ ਲੈ ਗਈਆਂ ਜੀ। ਬੜਾ ਸਤਿਕਾਰ ਕੀਤਾ ਸਾਰਿਆਂ ਦਾ ਜੀ। ਸਾਰੇ ਆਪਣੇ ਅਸਵਾਰੀਆਂ ਤੋਂ ਉਤਰੇ ਜੀ ਹੌਲੀ ਹੌਲੀ ਜੀ। ਹਾਂਜੀ। ਬਾਹਰ ਔਰ ਥੀਰੇ ਸਭ ਹੂੰ, ਸਕਟੇ ਉਤਰੇ ਟਿਗ ਭਾਰਨ ਬ੍ਰੰਦੇ। ਤੇ ਸਕਟੇ ਰੱਥ ਜਿਹੜੇ ਨੇ ਉਹ ਵੀ ਫਿਰ ਬਾਹਰ ਵਾਰੀ ਹੋ ਗਏ ਜੀ। ਦਰਿਆ ਰੱਥਾਂ ਨੂੰ ਵੀ ਪਾਰ ਕਰਾਉਣਾ ਪੈਂਦਾ ਹੁੰਦਾ ਸੀਗਾ ਜੀ। ਬੜਾ ਔਖਾ ਹੁੰਦਾ ਸੀਗਾ ਜੀ। ਹੁਣ ਤੇ ਸੌਖ ਹੀ ਬੜੀ ਨਾ ਜੀ, ਪੁਲ ਬਣੇ, ਉਦੋਂ ਬਹੁਤ ਔਖਾ ਸੀਗਾ ਜੀ। ਹਾਂਜੀ। ਮੋਹਰੀ ਸੇਵ ਕਰੀ ਸਗਰੀ, ਬਹੁ ਖਾਨ ਰੋਪਾਨ ਕੀਓ ਮਨ ਚਿੰਦੇ। ਰਾਤ ਨੂੰ ਖੂਬ ਲੰਗਰ ਪ੍ਰਸ਼ਾਦੇ ਦੀ ਸੇਵਾ ਬਾਬਾ ਮੋਹਰੀ ਜੀ ਨੇ ਕੀਤੀ। ਬੜਾ ਹੀ ਆਨੰਦ ਵਰਤਿਆ ਜੀ। ਹਾਂਜੀ। ਸ਼੍ਰੀ ਗੁਰ ਨੰਦਨ ਸੰਗ ਲੀਏ, ਚਲ ਮੋਹਨ ਕੋ ਪਗ ਬੰਧਨ ਕੀਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਨਾ ਜੀ ਬਾਬਾ ਮੋਹਨ ਜੀ ਨੂੰ ਨਮਸਕਾਰ ਕਰਨ ਗਏ ਜੀ। ਜਿਹੜੇ ਅੱਠੇ ਪੈਰ ਸਮਾਧੀ ਵਿੱਚ ਹੀ ਲੀਨ ਰਹਿੰਦੇ, ਬੜਾ ਹੀ ਨਾਮ ਜਪਦੇ ਜੀ। ਗੁਰੂ ਘਰ ਵਿੱਚ ਨਾਮ ਜਪਣ ਵਾਲੇ ਦਾ ਸਦਾ ਹੀ ਸਤਿਕਾਰ ਹੈ ਜੀ। ਖੁਦ ਗੁਰੂ ਸਾਹਿਬ ਵੀ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਫਿਰ ਗੱਲ ਧਿਆਨ ਨਾਲ ਸੁਣਿਓ।
ਗੁਰੂ ਘਰ ਦੇ ਵਿੱਚ ਨਾਮ ਜਪਣ ਵਾਲੇ ਦਾ ਸਦਾ ਹੀ ਸਤਿਕਾਰ ਹੈ, ਖੁਦ ਗੁਰੂ ਸਾਹਿਬ ਵੀ ਕਰਦੇ ਆ ਜੀ। ਹਾਂਜੀ, ਬੰਦਾ ਜਪੇ ਤੇ ਸਹੀ ਨਹੀਂ, ਜਪਣ ਵਾਲੇ ਦਾ ਬੜਾ ਹੀ ਸਤਿਕਾਰ ਹੈ, ਬੜਾ ਹੀ ਸਤਿਕਾਰ ਹੈ। ਕੋਈ ਵੀ ਬੰਦਾ ਜਿਹੜਾ ਜਪੇਗਾ ਉਹਦੀ ਪੂਜਾ ਹੋਏਗੀ ਜੀ। ਬਾਬਾ ਮੋਹਨ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਆਪ ਨਮਸਕਾਰ ਕਰਨ ਜਾਂਦੇ ਆ ਜੀ। ਹਾਂਜੀ, ਦੇਖਤ ਹੀ ਹਰਖਿਓ ਸਭ ਹੂੰ, ਹਰ ਗੋਬਿੰਦ ਗੋਦ ਲੀਏ ਆਸ਼ਿਕ ਦੀਨੀ। ਬਾਬਾ ਮੋਹਨ ਜੀ ਖੁਸ਼ ਹੋ ਗਏ ਜੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ, ਗੋਦ ਵਿੱਚ ਲੈ ਲਿਆ ਜੀ ਹਰਗੋਬਿੰਦ ਸਾਹਿਬ ਨੂੰ। ਹਾਂਜੀ, ਵਿਆਹ ਪ੍ਰਸੰਗ ਜੋ ਬੂਝਿਓ ਤਬੈ, ਜਿਮ ਹੋਇਓ ਕਹਿਓ ਸੁਖ ਮੈਂ ਮਤ ਪੀਨੀ। ਤੇ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਵਿਆਹ ਬਾਰੇ ਸੁਣਾਓ, ਕਹਿਣ ਲੱਗੇ ਕਿਵੇਂ ਰਿਹਾ ਫਿਰ ਵਿਆਹ, ਕਹਿਣ ਲੱਗੇ ਤੁਸੀਂ ਦੱਸੋ ਹਾਂ ਕਿਵੇਂ ਰਿਹਾ ਜੀ। ਹਾਂਜੀ, ਹਾਂ, ਵਿੱਚੋਂ 2-3 ਦੀ ਗੱਜ ਕੇ ਆਵਾਜ਼ ਆਉਂਦੀ, ਬਾਕੀ ਤੇ ਹੌਲੀ ਹੌਲੀ ਕਹਿੰਦੇ ਜੀ, ਇਹਨਾਂ ਨੂੰ ਵਧੀਆ ਨਹੀਂ ਲੱਗਿਆ ਹੋਣਾ ਜੀ। ਕਿੱਦਾਂ ਦਾ ਰਿਹਾ ਜੀ ਵਿਆਹ? ਹਾਂ, ਬਾਬਾ ਜੀ ਨੂੰ, ਬਾਬਾ ਮੋਹਨ ਜੀ ਨੂੰ ਗੁਰੂ ਅਰਜਨ ਸਾਹਿਬ ਵੀ ਕਹਿਣ ਲੱਗੇ, ਕਹਿੰਦੇ ਬਹੁਤ ਹੀ ਵਧੀਆ ਰਿਹਾ ਵਿਆਹ, ਕਹਿਣ ਲੱਗੇ ਬੜਾ ਹੀ ਆਨੰਦ ਬਣਿਆ, ਕਹਿਣ ਲੱਗੇ। ਹਾਂਜੀ, ਆਏ ਨਿਵੇਸ਼ ਪ੍ਰਵੇਸ਼ ਪਏ, ਗੁਰਥਾਨ ਨਾਮੋ ਕਰ ਜੋ ਪੁੰਨ ਚੀਨੀ। ਤੇ ਫਿਰ ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਵੀ ਨਮਸਕਾਰ ਕੀਤੀ ਜੀ, ਕਿੱਲੀ ਤੇ ਨਮਸਕਾਰ ਕੀਤੀ, ਜਿੱਥੇ ਸਤਿਗੁਰਾਂ ਨੇ ਸਰੀਰ ਤਿਆਗਿਆ ਉੱਥੇ ਨਮਸਕਾਰ ਕੀਤੀ। ਰੈਨ ਬਿਖੈ ਸਭ ਸੈਨ ਕਰੀ, ਮਨ ਚੈਨ ਧਰੀ ਮੁੰਦ ਨੈਣ ਲੀਏ। ਰਾਤ ਦੇ ਸਮੇਂ ਸਾਰੇ ਫਿਰ ਆਰਾਮ ਕਰਨ ਵਾਸਤੇ ਟਿਕ ਗਏ, ਸਤਿਗੁਰਾਂ ਦਾ ਵੀ ਆਸਣ ਲੱਗ ਗਿਆ ਜੀ। ਹਾਂਜੀ, ਪ੍ਰਾਤ ਉਠੇ ਕਰ ਮੱਜਨ ਬਾਵਲੀ, ਨਾਨੇ ਗੁਰ ਕੋ ਪ੍ਰਣਾਮ ਕੀਏ। ਅੰਮ੍ਰਿਤ ਵੇਲਾ ਹੋਇਆ ਜੀ, ਸੱਚੇ ਪਾਤਸ਼ਾਹ ਮਹਾਰਾਜ ਉੱਠੇ, ਬੌਲੀ ਸਾਹਿਬ ਦੇ ਵਿੱਚ ਮਹਾਰਾਜ ਗਰੀਬ ਨਵਾਜ ਜੀ ਨੇ ਇਸ਼ਨਾਨ ਕੀਤਾ ਜੀ, ਨਾਲੇ ਆਪਣੇ ਨਾਨਾ ਗੁਰੂ ਜੀ ਨੂੰ ਚੇਤਾ ਕੀਤਾ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜੀ। ਹਾਂਜੀ, ਹੋਏ ਸੋ ਤਿਆਰ ਬਰਾਤ ਥਿਰੀ, ਪੁਨ ਮੋਹਨ ਪਾਸ ਗੁਰੂ ਜੀ ਗਏ। ਦੀਵਾਨ ਸੱਜਿਆ ਜੀ, ਦੀਵਾਨ ਦੀ ਸੰਪੂਰਨਤਾ ਹੋਈ ਜੀ, ਬਰਾਤ ਫਿਰ ਤਿਆਰ ਹੋ ਗਈ ਜੀ, ਅੰਮ੍ਰਿਤਸਰ ਜਾਣਾ ਨਾ ਜੀ ਵਾਪਸ। ਤੇ ਤੁਰਨ ਲੱਗਿਆ ਮਹਾਰਾਜ ਫਿਰ ਬਾਬਾ ਮੋਹਨ ਜੀ ਦੇ ਕੋਲ ਗਏ। ਚੇਤਾ ਰੱਖਿਓ ਨਾਮ ਜਪਣ ਵਾਲਿਆਂ ਦਾ ਬੜਾ ਹੀ ਸਤਿਕਾਰ ਹੈ। ਆਖੋ ਵਾਹਿਗੁਰੂ, ਵਾਹਿਗੁਰੂ, ਫਿਰ ਆਖੋ ਵਾਹਿਗੁਰੂ, ਵਾਹਿਗੁਰੂ, ਫਿਰ ਕਹੋ ਵਾਹਿਗੁਰੂ, ਵਾਹਿਗੁਰੂ, ਫਿਰ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ। ਨਾਮ ਜਪਣ ਵਾਲਿਆਂ ਦਾ ਸਦਾ ਹੀ ਸਤਿਕਾਰ ਹੈ ਸਾਧ ਸੰਗਤ ਜੀ, ਸਦਾ ਹੀ ਸਤਿਕਾਰ ਹੈ। ਮਹਾਰਾਜ ਫਿਰ ਬਾਬਾ ਮੋਹਨ ਜੀ ਦੇ ਕੋਲ ਗਏ ਜੀ। ਹਾਂਜੀ, ਆਪ ਕਿਰਪਾ ਕਰ ਸੰਗ ਚੱਲੋ, ਤਹ ਦੇਖੋ ਤੀਰਥ ਜੈਸੇ ਥੀਏ। ਮਹਾਰਾਜ ਗੁਰੂ ਅਰਜਨ ਸਾਹਿਬ ਬਾਬਾ ਮੋਹਨ ਜੀ ਨੂੰ ਕਹਿਣ ਲੱਗੇ, ਬਾਬਾ ਜੀ ਕਿਰਪਾ ਕਰਕੇ ਨਾਲ ਹੀ ਚੱਲੋ, ਨਾਲੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਿਓ, ਕਹਿਣ ਲੱਗੇ ਤੀਰਥ ਬਣਿਆ, ਨਾਲੇ ਉਹਦੇ ਦਰਸ਼ਨ ਕਰਿਓ। ਹਾਂਜੀ, ਬਾਣੀ ਇਕੱਤਰ ਕਹਿ ਭੀੜ ਰਚੀ, ਵੱਡ ਗ੍ਰੰਥ ਪਇਓ ਅਵਲੋਕੋ ਤਾਹੀ। ਸਾਰੀ ਬਾਣੀ ਇਕੱਤਰ ਕਰਕੇ ਸਰੂਪ ਲਿਖਿਆ ਮਹਾਰਾਜ ਦਾ, ਨਾਲੇ ਉਹਦੇ ਦਰਸ਼ਨ ਕਰਿਓ। ਹਾਂਜੀ, ਸ਼੍ਰੀ ਹਰ ਮੰਦਰ ਸੁੰਦਰ ਭਾ, ਤਿਸ ਅੰਦਰ ਸੇ ਅਸਥਾਪ ਕੀਆ ਹੈ। ਸੋਹਣਾ ਅਸਥਾਨ ਹਰਮੰਦਰ ਸਾਹਿਬ, ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕੀਤਾ ਹੈ, ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕੀਤਾ ਹੈ। ਨਾਲ ਚੱਲ ਕੇ ਕਹਿੰਦੇ ਦਰਸ਼ਨ ਕਰੋ। ਹਾਂਜੀ, ਮੰਗਲ ਕੇਰ ਸਮੋ ਅਬ ਹੈ, ਸਭ ਸੰਗ ਅਹੈ ਪਿਖ ਕੈ ਸੁਖ ਪਾਹੀ। ਤੇ ਮਹਾਰਾਜ ਕਹਿਣ ਲੱਗੇ ਨਾਲੇ ਖੁਸ਼ੀਆਂ ਦਾ ਸਮਾਂ, ਸਾਰਿਆਂ ਦੇ ਨਾਲ ਤੁਸੀਂ ਵੀ ਜਾਓ, ਕਹਿਣ ਲੱਗੇ। ਹੁਣ ਬਾਬਾ ਜੀ ਇਕਾਂਤ ਰਹਿੰਦੇ, ਤੁਸੀਂ ਦੱਸੋ ਵੀ ਬਾਬਾ ਜੀ ਜਾਣਗੇ ਕਿ ਨਹੀਂ ਜਾਣਗੇ ਜੀ? ਇਹ ਹੁਣ ਆਪਾਂ ਕਥਾ 'ਚ ਸੁਣਾਂਗੇ ਵੀ ਜਾਣਗੇ ਕਿ ਨਹੀਂ ਜਾਣਗੇ। ਹਾਂਜੀ, ਮਾਤੁਲ ਸੋ ਬਿਨਤੀ ਇਮਕੀਨ, ਸੋ ਮਾਨ ਲਈ ਹਰ ਉਰਖੇ ਹਰ ਮਾਹੀ। ਆਖੋ ਵਾਹਿਗੁਰੂ। ਬਾਬਾ ਮੋਹਨ ਜੀ ਗੁਰੂ ਜੀ ਦਾ ਹੁਕਮ ਥੋੜੀ ਟਾਲ ਸਕਦੇ ਜੀ, ਭਾਵੇਂ ਉਹਨਾਂ ਨੂੰ ਇਕੱਲੇ ਰਹਿਣਾ ਪਸੰਦ ਹੈ। ਅੱਛਾ ਵੇਖ ਲਓ, ਵਿਆਹ ਵਿੱਚ ਮਾਹੌਲ ਹੋਰ ਹੈ, ਉਹ ਨਹੀਂ ਗਏ ਜੀ। ਦਰਬਾਰ ਸਾਹਿਬ ਦੀ ਗੱਲ ਆਈ ਜੀ, ਤੇ ਬਾਬਾ ਮੋਹਨ ਜੀ ਜਿਹੜੇ ਕਿਤੇ ਵੀ ਨਹੀਂ ਜਾਂਦੇ ਜੀ, ਉਹਨਾਂ ਦੇ ਪ੍ਰਸਿੱਧ ਹੈ, ਉਹਨਾਂ ਆਪਣੇ ਕਮਰੇ 'ਚ ਹੀ ਰਹਿਣਾ ਜੀ। ਜਿਹੜੇ ਕਿਤੇ ਵੀ ਨਹੀਂ ਨਾ ਜੀ ਜਾਂਦੇ, ਉਹ ਵੀ ਮੰਨ ਗਏ ਜੀ, ਕਹਿੰਦੇ ਠੀਕ ਹੈ ਮੈਂ ਨਾਲ ਚੱਲਦਾ ਤੁਹਾਡੇ।
ਹਾਂਜੀ। ਦੀਰਗ ਮਾਤੁਲ ਸੰਗ ਪਇਓ ਮਨ ਆਨੰਦ ਪਾਏ ਕੈ ਲੀਨ ਚੜਾਈ। ਹੁਣ ਅੱਗੇ ਬਾਬਾ ਮੋਹਰੀ ਜੀ ਛੋਟੇ ਮਾਮਾ ਜੀ ਤੇ ਨਾਲ ਨੇ, ਹੁਣ ਵੱਡੇ ਮਾਮਾ ਜੀ ਵੀ ਨਾਲ ਹੋ ਗਏ ਜੀ ਮਹਾਰਾਜ ਦੇ ਜੀ। ਮਹਾਰਾਜ ਜੀ ਗੁਰੂ ਅਰਜਨ ਸਾਹਿਬ ਜੀ ਬਹੁਤੇ ਹੀ ਖੁਸ਼ ਹੋਏ ਜੀ, ਬਹੁਤੇ ਹੀ ਖੁਸ਼ ਹੋਏ। ਮਹਾਰਾਜ ਨੇ ਇੱਕ ਰੱਥ ਵਿੱਚ ਉਹਨਾਂ ਨੂੰ ਬਿਠਾਇਆ ਜੀ, ਬਾਬਾ ਮੋਹਨ ਜੀ ਨੂੰ ਜੀ। ਹਾਂਜੀ। ਮੋਹਰੀ ਔ ਸੰਸਰਾਮ ਆਨੰਦ ਚਲੇ ਚੜ ਕੈ ਬਹੁ ਬਾਦ ਬਜਾਈ। ਬਾਬਾ ਮੋਹਰੀ ਜੀ ਵੀ ਬੜੇ ਖੁਸ਼ ਹੋਏ ਵੀ ਬਾਬਾ ਮੋਹਨ ਜੀ ਤੇ ਜਾਂਦੇ ਹੀ ਨਹੀਂ ਕਿਤੇ। ਆ ਤੇ ਬੜੀ ਵਧੀਆ ਗੱਲ। ਤੇ ਸੰਗਤ ਦੀ ਨਾਲ ਸੰਸਰਾਮ ਜੀ ਸਾਰੇ ਹੀ ਚੱਲ ਪਏ। ਛੁਟੇ ਨਿਸ਼ਾਨ ਚਲੇ ਅਗਵਾਏ ਕੁਲਾਹਲ ਮਾਰਗ ਮਾਹੇ ਉਠਾਈ। ਉਹ ਰਸਤੇ 'ਚ ਵਾਜੇ ਵੱਜਦੇ ਆ, ਆਨੰਦ ਵਰਤਦਾ ਹੈ, ਬਰਾਤ ਤੁਰੀ ਜਾ ਰਹੀ ਹੈ। ਹਾਂਜੀ। ਗ੍ਰਾਮ ਖਡੂਰ ਪਹੁੰਚਤ ਭੇ ਤਬ ਦਾਤੂ ਨੇ ਹੋਏ ਸਮੀਪ ਆਲਾਈ। ਤੇ ਗੋਇੰਦਵਾਲ ਸਾਹਿਬ ਤੋਂ ਬਰਾਤ ਫਿਰ ਕਿੱਥੇ ਪਹੁੰਚੀ ਜੀ? ਖਡੂਰ ਸਾਹਿਬ ਪਹੁੰਚ ਗਈ ਜੀ। ਜਦੋਂ ਮਹਾਰਾਜ ਖਡੂਰ ਸਾਹਿਬ ਲਾਗੇ ਆਏ ਤੇ ਬਾਬਾ ਦਾਤੂ ਜੀ ਫੇਰ ਆ ਗਏ ਜੀ ਮਹਾਰਾਜ ਦੇ ਕੋਲ। ਹਾਂਜੀ। ਡੇਰਾ ਕਰੋ ਗੁਰ ਤੇਗ ਅਚੋ ਪੁਨ ਪ੍ਰਾਤ ਕੋ ਆਪ ਕੀ ਜੈ ਪ੍ਰਸਥਾਨਾ। ਇਹਨਾਂ ਉਦੋਂ ਵੀ ਰੋਕ ਲਿਆ ਸੀਗਾ, ਜਦੋਂ ਬਰਾਤ ਚੱਲੀ ਸੀ ਨਾ ਉਦੋਂ ਵੀ ਬਾਬਾ ਦਾਤੂ ਜੀ ਨੇ ਬੇਨਤੀ ਕਰਕੇ ਰੋਕਿਆ ਸੀ। ਹੁਣ ਬਰਾਤ ਵਾਪਸ ਆ ਰਹੀ ਹੈ ਤੇ ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਹੁਣ ਇੱਥੇ ਹੀ ਰਹਿਣਾ ਸੱਚੇ ਪਾਤਸ਼ਾਹ। ਪਿਆਰ ਵਾਲੇ ਕਹਿੰਦੇ ਆ ਜੀ ਮਹਾਰਾਜ ਇੱਥੇ ਰਹਿਣਾ, ਇੱਥੇ ਲੰਗਰ ਛਕੋ, ਕੱਲ ਦਿਨੇ ਚੱਲਾਂਗੇ ਸੱਚੇ ਪਾਤਸ਼ਾਹ। ਹਾਂਜੀ। ਯੋ ਸੁਨ ਸ਼੍ਰੀ ਗੁਰ ਬੈਨ ਪਨੇ ਉਤਰੈ ਅਬ ਆਗੇ ਨਕੋਰ ਪਿਆਨਾ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਗਰੀਬ ਨਵਾਜ ਜੀ ਨੇ ਬਚਨ ਕੀਤੇ ਹੁਣ ਅੱਗੇ ਜਾ ਕੇ ਹੀ ਉਤਾਰਾ ਕਰਾਂਗੇ। ਕਹਿਣ ਲੱਗੇ ਇੱਥੇ ਰਹਿ ਗਏ ਆ। ਗੋਇੰਦਵਾਲ ਸਾਹਿਬ ਰਾਤ ਨਹੀਂ ਹੀ ਰਹੇ ਜੀ। ਜਦੋਂ ਗਏ ਸੀ ਨਾ ਉਦੋਂ ਗੋਇੰਦਵਾਲ ਸਾਹਿਬ ਥੋੜਾ ਸਮਾਂ ਰੁਕੇ ਸੀਗੇ ਤੇ ਗੋਇੰਦਵਾਲ ਸਾਹਿਬ ਰਾਤ ਰਹਿ ਲਿਆ ਜੀ। ਹਾਂਜੀ। ਤੇ ਖਡੂਰ ਸਾਹਿਬ ਅੱਗੇ ਰਾਤ ਰਹੇ ਸਨ। ਮਹਾਰਾਜ ਕਹਿੰਦੇ ਹੁਣ ਅੱਗੇ ਜਾ ਕੇ ਉਤਾਰਾ ਕਰਾਂਗੇ। ਹਾਂਜੀ। ਜਾਤ ਦਇਓ ਤੁਮ ਖਾਨ ਰੋਪਾਨ ਆਨੰਦ ਕਰੇ ਬਸ ਕੈ ਇਸ ਥਾਨਾ। ਸੋ ਸੰਗਤ ਜੀ ਜੰਜ ਦੇ ਜਾਂਦਿਆਂ ਸਮੇਂ ਤੁਸੀਂ ਮਹਾਰਾਜ ਕਹਿਣ ਲੱਗੇ ਉਦੋਂ ਵੀ ਖਾਣ ਪਾਣ ਆਨੰਦ ਮੰਗਲ ਸਭ ਕੁਝ ਕੀਤਾ ਹੀ ਸੀਗਾ। ਹਾਂਜੀ। ਤੀਨ ਹੀ ਕੋਸ ਚਲੇ ਅਟਕੈ ਕਿਮ ਆਗੇ ਰਹਿਓ ਕੱਲ ਪੰਥ ਮਹਾਨਾ। ਮਹਾਰਾਜ ਕਹਿਣ ਲੱਗੇ 3 ਕੋ ਅੱਗੇ ਜਾ ਕੇ ਫਿਰ ਅੱਗੇ ਜਾ ਕੇ। ਮਹਾਰਾਜ ਕਹਿੰਦੇ 3 ਕੋ ਤਾਂ ਹੈਗਾ ਗੋਇੰਦਵਾਲ ਸਾਹਿਬ, ਉੱਥੋਂ ਆਏ ਆ ਫਿਰ ਖਡੂਰ ਸਾਹਿਬ ਰੁਕ ਜੀਏ ਤੇ ਮਹਾਰਾਜ ਕਹਿੰਦੇ ਫਿਰ ਘਰ ਕਿਵੇਂ ਪਹੁੰਚਣਾ, ਸਮਾਂ ਲੱਗ ਜਾਣਾ। ਇਸ ਕਰਕੇ ਅੱਗੇ ਜਾ ਕੇ ਉਤਾਰਾ ਕਰਾਂਗੇ ਕਹਿਣ ਲੱਗੇ। ਹਾਂਜੀ। ਰੈਨ ਬਸੋ ਨਹਿ ਜੇ ਤੁਮ ਆਪ ਆਹਾਰ ਹੈ ਤਿਆਰ ਅਚੋ ਸਮੁਦਾਈ। ਗੱਜ ਕੇ ਆਖੋ ਵਾਹਿਗੁਰੂ। ਰੈਨ ਬਸੋ ਨਹਿ ਜੇ ਤੁਮ ਆਪ ਆਹਾਰ ਹੈ ਤਿਆਰ ਅਚੋ ਸਮੁਦਾਈ। ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਵੱਡੇ ਗੁਰੂਆਂ ਦਾ ਥਾਂ ਹੈ। ਮਹਾਰਾਜ ਜੇ ਰਾਤ ਨਹੀਂ ਰਹਿਣਾ ਤੇ ਪ੍ਰਸ਼ਾਦਾ ਜ਼ਰੂਰ ਛਕੋ ਸੱਚੇ ਪਾਤਸ਼ਾਹ। ਹਾਂਜੀ। ਯੋ ਕਹਿ ਕੇ ਅਟਕਾਏ ਲੀਏ ਸਭ ਕੇ ਹਿਤ ਲਿਆਏ ਸੋ ਦੀਨ ਅਚਾਈ। ਇਸ ਤਰ੍ਹਾਂ ਕਹਿ ਕੇ ਤੇ ਅਟਕਾ ਲਏ ਜੀ, ਰੋਕ ਲਏ ਜੀ। ਪਿਆਰ ਵਾਲੇ ਨਹੀਂ ਲੰਘਣ ਦਿੰਦੇ ਜੀ। ਹਾਂਜੀ। ਸ਼੍ਰੀ ਗੁਰ ਅੰਗਦ ਮੰਦਰ ਕੋ ਅਬਿਬੰਦਨ ਕੈ ਗਮ ਨੇ ਅਗਵਾਈ। ਤੇ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਮਹਾਨ ਪਵਿੱਤਰ ਅਸਥਾਨ ਤੇ ਮੱਥਾ ਟੇਕਿਆ ਪਹਿਲਾਂ ਜੀ। ਤੁਸੀਂ ਸੁਰਤ ਕਰਕੇ ਟੇਕੋ, ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਸੰਗ ਲਿਓ ਨਿਜ ਦਾਤੂ ਚੱਲਿਓ ਅਤਮੋਦ ਬੜਿਓ ਸਭ ਮੈਂ ਇਸ ਥਾਈ। ਬਾਬਾ ਦਾਤੂ ਜੀ ਨਾਲ ਨਾਲ ਨਮਸਕਾਰ ਕਰਾਉਂਦੇ ਜੀ, ਬੜੀ ਉਹਨਾਂ ਨੂੰ ਖੁਸ਼ੀ ਹੈ ਜੀ। ਹਾਂਜੀ। ਦੋਹਰਾ ਉਲੰਗ ਪੰਥ ਪਹੁੰਚਤ ਭਏ। ਫਿਰ ਉੱਥੋਂ ਤੁਰ ਪਏ ਜੀ। ਖਡੂਰ ਸਾਹਿਬ ਤੋਂ ਨਮਸਕਾਰ ਕਰਕੇ ਜਲ ਪਾਣੀ ਛਕ ਕੇ ਤੁਰ ਪਏ ਜੀ। ਤੇ ਤੁਹਾਨੂੰ ਪਤਾ ਰੱਥ ਬੜੇ ਆ, ਸੰਗਤਾਂ ਬੜੀਆਂ ਨੇ, ਸਮਾਂ ਤੇ ਲੱਗ ਹੀ ਜਾਂਦਾ ਜੀ। ਤੇ ਫਿਰ ਕੀ ਬਣਿਆ ਜੀ? ਸਾਰਾ ਪੰਧ ਮੁਕਾ ਕੇ ਸੱਚੇ ਪਾਤਸ਼ਾਹ ਤਾਰਨ ਤਰਨ ਸਥਾਨ। ਤੇ ਕਿੱਥੇ ਆਏ ਮਹਾਰਾਜ? ਤਰਨ ਤਾਰਨ ਆਏ ਜੀ। ਹਾਂਜੀ। ਉਤਰੇ ਜਾਏ ਸਮੂਹ ਤਹਿ ਸ਼੍ਰੀ ਅਰਜਨ ਗੁਨੇ ਖਾਨ। ਉੱਥੇ ਵੀ ਸਰੋਵਰ ਬਣਿਆ ਜੀ। ਮਹਾਰਾਜ ਗਰੀਬ ਨਵਾਜ ਉੱਥੇ ਰੁਕ ਗਏ ਜੀ।
ਹਾਂਜੀ। ਸਵਈਆ ਦੀਨ ਸਭੈ ਪਕਵਾਨ ਸੁਖਾਨ ਕੋ ਵਾਹਨ ਕੋ ਮਨ ਪਾਏ ਖੁਲਾਇਓ। ਤੇ ਨਾਲ ਹੀ ਗੱਡੇ ਭਰੇ ਪਏ ਸੀਗੇ ਜੀ ਮਠਿਆਈਆਂ ਦੇ ਜੀ, ਨਾਲ ਹੀ ਲੈ ਕੇ ਤੁਰਦੇ ਸਨ ਨਾ ਜੀ। ਮਹਾਰਾਜ ਕਹਿਣ ਲੱਗੇ ਹੁਣ ਇੱਥੇ ਰੁਕਣਾ ਆਪਾਂ ਸਾਰਿਆਂ ਨੇ, ਤੇ ਸਾਰਿਆਂ ਨੂੰ ਮਠਿਆਈਆਂ ਵਰਤਾਈਆਂ ਜੀ। ਹਾਂਜੀ। ਰੈਨ ਬਿਖੈ ਕਰ ਸੇਨ ਪਰੇ ਸੁਖ ਸੰਗ ਤਹਾਂ ਸਭ ਕਾਲ ਬਿਤਾਇਓ। ਬੜਾ ਵੱਡਾ ਸਥਾਨ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਾਲੀ ਜਿਹੜੀ ਜਗ੍ਹਾ ਮੁੱਲ ਖਰੀਦੀ ਹੈ ਜੀ, ਮੁੱਲ ਖਰੀਦੀ। ਤੁਸੀਂ ਸੁਣਿਆ ਸੀ ਨਾ, 1,57,000 ਚਾਂਦੀ ਦੇ ਸਿੱਕੇ ਦੇ ਕੇ ਮਹਾਰਾਜ ਨੇ ਮੁੱਲ ਖਰੀਦੀ ਹੈ ਜੀ ਇਹ ਜਗ੍ਹਾ ਦੀ, ਤਰਨ ਤਾਰਨ ਦਰਬਾਰ ਸਾਹਿਬ ਵਾਲੀ। ਇਸ ਕਰਕੇ ਮਹਾਰਾਜ ਦਾ ਸਥਾਨ ਹੈ ਜੀ, ਸਤਿਗੁਰੂ ਦੀ ਜਗ੍ਹਾ। ਮਹਾਰਾਜ ਕਹਿੰਦੇ ਹੁਣ ਰਾਤ ਆਪਾਂ ਆਪਣੀ ਇਸ ਜਗ੍ਹਾ ਤੇ ਰਹਿਣਾ ਹੈ ਜੀ। ਬਰਾਤ ਸਮੇਤ ਮਾਤਾ ਦਮੋਦਰੀ ਜੀ ਦੇ ਸਮੇਤ ਗੁਰੂ ਅਰਜਨ ਦੇਵ ਜੀ ਰਾਤ ਤਰਨ ਤਾਰਨ ਰਹੇ ਜੀ। ਹਾਂਜੀ। ਪ੍ਰਾਤ ਉੱਠੇ ਕਰ ਮੱਜਨ ਤੀਰਥ ਦਾਨ ਦੀਓ ਜੋ ਮੰਗਨ ਆਇਓ। ਤੇ ਦਿਨੇ ਫਿਰ ਸੰਗਤ ਜੀ ਉਹ ਉੱਠੇ ਜੀ, ਦਿਨੇ ਉੱਠੇ ਤੇ ਜਦੋਂ ਦਿਨੇ ਉੱਠ ਕੇ ਇਸ਼ਨਾਨ ਪਾਨ ਕੀਤਾ। ਗ੍ਰਾਮਨ ਕੇ ਪੁਰ ਕੇ ਮਗ ਕੇ ਨਰ ਰੰਕਨ ਕੋ ਤਨ ਦੇ ਹੁਲਸਾਇਓ। ਤਰਨ ਤਾਰਨ ਦੇ ਲਾਗੇ ਲਾਗੇ ਬੜੇ ਪਿੰਡ ਸਨ ਜੀ, ਉਹ ਸਾਰੇ ਪਿੰਡਾਂ ਵਾਲੇ ਆਏ ਸੱਚੇ ਪਾਤਸ਼ਾਹ ਜੀ ਕੋ, ਆ ਕੇ ਮਹਾਰਾਜ ਕੋ ਵਧਾਈ ਮੰਗਦੇ ਆ। ਮਹਾਰਾਜ ਪੁੱਤ ਦਾ ਵਿਆਹ ਕਰਕੇ ਆਏ ਹੋ। ਗੁਰੂ ਸਾਹਿਬ ਸਾਰਿਆਂ ਨੂੰ ਵਧਾਈਆਂ ਦਿੰਦੇ ਆ। ਇੱਥੋਂ ਹੁਣ ਸੰਗਤ ਜੀ ਮਹਾਰਾਜ ਅੰਮ੍ਰਿਤਸਰ ਨੂੰ ਆਉਣਗੇ, ਉਹ ਕੱਲ ਪ੍ਰਸੰਗ ਵਿੱਚ ਆਏਗਾ। ਬਰਾਤ ਰਸਤੇ 'ਚ ਪਹਿਲਾਂ ਜਾਂਦਿਆਂ ਰੁਕੀ, ਆਉਂਦਿਆਂ ਵੀ ਰੁਕੀ। ਹੁਣ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਗਰੀਬ ਨਵਾਜ ਕਿਰਪਾ ਕਰਨ। ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਸਾਵਧਾਨ ਹੋਵੋ, ਪ੍ਰੇਮ ਨਾਲ ਗੱਜ ਕੇ ਕਹੋ ਜੀ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰਾਂ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ, ਇੱਜ਼ਤ ਪੱਤ ਰੱਖਣ। ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।